सत श्री अकाल न्यूज़ 18 पंजाब हरियाणा हिमाचल देख रहे हो तुसी। गौरव शुक्ला मैं हां तुहाडे नाल हाज़र हां खबरां दा प्राइम टाइम लैके। ते प्राइम टाइम दे विच अज गल इंसाफ दे इंतजार दी इंतहा दी। 2015 दे विच वापरे बेअदबी अते गोलीकांड दे दुखांत दे 7 साल बाद भी इंतजार जारी है। इंतजार इंसाफ वाला खत्म नहीं होया। ਇਹ ਜਦੋਂ ਘਟਨਾਕ੍ਰਮ ਵਾਪਰਿਆ ਸੀ 2015 ਦੇ ਵਿੱਚ, ਉਸ ਸਮੇਂ ਸੂਬੇ ਦੇ ਵਿੱਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ। ਉਸ ਤੋਂ ਬਾਅਦ 2017 ਦੇ ਵਿੱਚ ਸੂਬੇ 'ਚ ਕਾਂਗਰਸ ਦੀ ਸਰਕਾਰ ਬਣ ਗਈ। 5 ਸਾਲ ਕਾਂਗਰਸ ਦੀ ਸਰਕਾਰ ਰਹੀ ਤੇ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪਰ ਇੰਤਜ਼ਾਰ ਖਤਮ ਨਹੀਂ ਹੋ ਰਿਹਾ ਤੇ ਸਭ ਦੇ ਵਿਚਾਲੇ ਕਿਉਂਕਿ ਨਵੀਂ ਸਰਕਾਰ ਬਣੀ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਮੋਰਚਾ ਬਾਈਬਲ ਕਲਮ ਦੇ ਵਿੱਚ ਲੱਗਿਆ ਹੋਇਆ, ਉੱਥੇ ਜਾ ਕੇ ਜ਼ਰੂਰ ਇੱਕ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਰਕਾਰ ਕੀ ਕਰ ਰਹੀ ਹੈ ਔਰ ਕਿੱਥੇ ਪੂਰੇ ਮਾਮਲੇ ਦੀ ਜਾਂਚ ਪਹੁੰਚੀ ਹੈ। ਇੱਕ ਵਾਰੀ ਫਿਰ ਤੋਂ ਕਿਉਂਕਿ 23 ਜੁਲਾਈ ਤੱਕ ਦੀ ਮੌਲਤ ਦਿੱਤੀ ਗਈ ਸੀ। 23 ਜੁਲਾਈ ਤੱਕ ਦੀ ਮੌਲਤ ਸੀ, ਪਰ ਸਰਕਾਰ ਦੇ ਨੁਮਾਇੰਦੇ ਪਹੁੰਚ ਗਏ ਬਾਈਬਲ ਕਲਮ ਦੇ ਵਿੱਚ ਜਾ ਕੇ ਉੱਥੇ ਗੱਲਬਾਤ ਕੀਤੀ ਜਿਹੜਾ ਮੋਰਚਾ ਚੱਲ ਰਿਹਾ ਉਸਦੇ ਆਗੂਆਂ ਦੇ ਨਾਲ। ਪਰ ਮੋਰਚੇ ਦੇ ਨੁਮਾਇੰਦਿਆਂ ਨੇ ਸਾਫ਼ ਕਹਿ ਦਿੱਤਾ ਕਿ ਹੁਣ ਹੋਰ ਮੌਲਤ ਨਹੀਂ, ਕਿਉਂਕਿ ਸਰਕਾਰ ਦੇ ਨੁਮਾਇੰਦੇ 6 ਮਹੀਨੇ ਦੀ ਹੋਰ ਮੌਲਤ ਮੰਗ ਰਹੇ ਸੀ। ਤਾਂ ਸਾਫ਼ ਕਰ ਦਿੱਤਾ ਗਿਆ ਕਿ ਹੁਣ ਹੋਰ ਮੌਲਤ ਨਹੀਂ ਮਿਲੇਗੀ, ਹੁਣ ਸਿਰਫ ਮੋਰਚਾ ਲੱਗੇ। पिछले 6 महीने तो फरीदकोट दे विच लगे इंसाफ मोर्चे च कैबिनेट मंत्री हरजोत बैंस ते स्पीकर कुलतार संधवा पहुंचे ते खास कारण सी कार्रवाई दे लई होर समय दी मोहलत मंगण दा। पहुंचदियां मोर्चे च लीडरां दा सत्कार होया ते काफी देर गलबात भी। एक सेंस सुन लो जी खारा साहब, तुसी बना लो चाहे तुसी 15 दिन रख लो या महीना रख लो। 1 महीने बाद ਅਸੀਂ ਤੁਹਾਨੂੰ ਆਪ ਦੱਸਾਂਗੇ ਜੀ ਪਿਛਲੇ 1 ਮਹੀਨੇ ਜਾਂ ਪਿਛਲੇ 15 ਦਿਨ ਆਪਾਂ ਇੱਥੇ ਪੁੱਜ ਗਏ। ਹੋ ਸਕਦਾ 6 ਮਹੀਨੇ ਹੋਣੀ ਨਾ 2.5 ਮਹੀਨੇ ਜੀ ਆਪਣਾ ਕੰਮ ਹੋ ਜਾਵੇ। ਮੈਂ ਇਹ ਵੀ ਇਹ ਨਹੀਂ ਕਿ ਹੋ ਸਕਦਾ, ਪਰ ਇੱਕ ਲਾਫਤਾ ਤੁਹਾਡੇ ਨਾਲ ਤੁਹਾਨੂੰ ਆਪ ਬੁਲਾ ਕੇ ਅਸੀਂ ਦੱਸਾਂਗੇ। ਪਰ ਇਸ ਸਭ ਤੋਂ ਬਾਅਦ ਮੋਰਚੇ ਦਾ ਜਵਾਬ ਕਰੀਬ ਨਾ ਦੇ ਬਰਾਬਰ ਆਇਆ ਤੇ ਕਿਹਾ ਕਿ ਪਹਿਲਾਂ 3 ਮਹੀਨੇ ਤੇ ਫਿਰ 15 ਦਿਨ ਤਾਂ ਹੁਣ ਹੋਰ 6 ਮਹੀਨੇ ਦੀ ਮੋਹਲਤ ਨਹੀਂ ਦਿੱਤੀ ਜਾ ਸਕਦੀ ਤੇ 31 ਜੁਲਾਈ ਨੂੰ ਸਿੱਖ ਜਥੇਬੰਦੀਆਂ ਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ। ਸੰਗਤ ਅੱਜ ਆਪਣੇ ਕੋਲ ਇੱਥੇ ਪਹੁੰਚੀ ਸੀ, ਉਹਨਾਂ ਨੇ ਜਿਹੜਾ ਫੈਸਲਾ ਲਿਆ ਕਿ ਸਾਡੇ ਵੱਲੋਂ ਨਾ ਹੋਰ ਸੰਗਤ ਦੇ ਇਕੱਠ ਵਾਸਤੇ ਜਾਂ ਹੋਰ ਪੰਜਾਬ ਦੇ ਉਹਨਾਂ ਸਿੱਖਾਂ ਵਾਸਤੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰ ਸਮਝਦੇ ਹੋ ਜ਼ਰੂਰ ਇੱਥੇ ਅਗਲੇ ਐਤਵਾਰ ਨੂੰ ਸ਼ਮੂਲੀਅਤ ਕਰਨ ਤੇ ਉਹਨਾਂ ਦੇ ਉੱਤੇ ਫੈਸਲਾ ਜਿਹੜਾ ਰਾਖਵਾਂ ਕੀਤਾ ਗਿਆ ਕਿ ਅਸੀਂ ਸਰਕਾਰ ਨੂੰ ਅੱਜ ਤੱਕ ਕੋਈ ਸਮਾਂ ਨਹੀਂ ਦਿੱਤਾ। ਸੁਖਰਾਜ ਸਿੰਘ ਦਾ ਵੀ ਕਹਿਣਾ ਸੀ ਕਿ ਜਿਹੜੇ ਤਰਕ ਮੋਰਚੇ ਸਾਹਮਣੇ ਰੱਖੇ ਗਏ ਉਹਨਾਂ ਦੇ ਬਲਬੂਤੇ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ ਸੀ। ਇਹ ਬਈ ਫੈਸਲਾ ਇਸੇ ਕਰਕੇ ਸੰਗਤ ਤੇ ਛੱਡਿਆ, ਜਿੰਨੀ ਕੁ ਸੰਗਤ ਅੱਜ ਆਪਣੇ ਕੋਲ ਇੱਥੇ ਪਹੁੰਚੀ ਸੀ ਉਹਨਾਂ ਨੇ ਜਿਹੜਾ ਫੈਸਲਾ ਲਿਆ ਕਿ ਸਾਡੇ ਵੱਲੋਂ ਨਾ ਹੋਰ ਸੰਗਤ ਦੇ ਇਕੱਠ ਵਾਸਤੇ ਜਾਂ ਹੋਰ ਪੰਜਾਬ ਦੇ ਉਹਨਾਂ ਸਿੱਖਾਂ ਵਾਸਤੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰ ਸਮਝਦੇ ਹੋ ਜ਼ਰੂਰ ਇੱਥੇ ਅਗਲੇ ਐਤਵਾਰ ਨੂੰ ਸ਼ਮੂਲੀਅਤ ਕਰਨ ਤੇ ਉਹਨਾਂ ਦੇ ਉੱਤੇ ਫੈਸਲਾ ਜਿਹੜਾ ਰਾਖਵਾਂ ਕੀਤਾ ਗਿਆ ਕਿ ਅਸੀਂ ਸਰਕਾਰ ਨੂੰ ਅੱਜ ਤੱਕ ਕੋਈ ਸਮਾਂ ਨਹੀਂ ਦੇ ਰਹੇ। ਇੱਕ ਤੇ ਸਟਰੋਂਗ ਪੱਖ ਨਹੀਂ ਸੀ ਬਾਈ, ਉਹ 7 ਸਾਲਾਂ ਤੋਂ ਸੁਣਦੇ ਆ ਰਹੇ ਆ, ਐਂ ਕੀਤਾ ਅਸੀਂ ਰਿਟ ਪਾਈ, ਅਸੀਂ ਐਪਲੀਕੇਸ਼ਨ ਲਾਈ, ਅਸੀਂ ਇਹ ਕੀਤਾ। ਸੋ ਇਹ ਕੋਈ ਬਹੁਤੀਆਂ ਤਰਦੱਲੇਦਾਰ ਜਾਂ ਕਹੀਏ ਕਿ ਠੋਸ ਗੱਲਾਂ ਨਹੀਂ ਸੀਗੀਆਂ ਜਿਹਦੇ ਨਾਲ ਕਹੀਏ ਕਿਸੇ ਨਤੀਜੇ ਤੇ ਪਹੁੰਚ ਗਏ। ਜੇ ਨਤੀਜੇ ਤੇ ਪਹੁੰਚੇ ਹੁੰਦੇ ਤਾਂ ਉਹਨਾਂ ਨੂੰ ਇਹ ਗੱਲਾਂ ਨਹੀਂ ਕਰਨੀਆਂ ਪੈਣੀਆਂ ਸੀ। ਜ਼ਿਕਰ ਹੋ ਗਿਆ ਕਿ ਬਾਈਬਲ ਕਲਾ ਤੇ ਗੋਲੀकांड ਪੰਜਾਬ ਦੇ ਵਿੱਚ ਵੱਡਾ ਮੁੱਦਾ ਹੈ ਤੇ ਫਰੀਦਕੋਟ 'ਚ ਲੱਗੇ ਮੋਰਚੇ ਦੇ ਵੱਲੋਂ ਇਨਸਾਫ ਨਾ ਮਿਲਣ ਤੇ ਵੱਡੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਹੁਣ ਵੇਖਣਾ ਹੋਏਗਾ ਕਿ ਸਮਾਂ ਹੋਰ ਨਾ ਮਿਲਣ ਤੇ ਸਰਕਾਰ ਦਾ ਅਗਲਾ ਕਦਮ ਕੀ ਹੋਏਗਾ। और आने वाली 31 तरीक ਨੂੰ ਜਿਹੜਾ ਇੱਕ ਵੱਡਾ ਇਕੱਠ ਜਿਹੜਾ ਸੰਗਤ ਰੱਖਿਆ ਜਾਵੇਗਾ ਔਰ ਸੰਗਤ ਦੇ ਫੈਸਲੇ ਤੋਂ ਬਾਅਦ ਹੀ ਜਿਹੜਾ ਅਗਲਾ ਜਿਹੜਾ ਰਣਨੀਤੀ ਜਿਹੜੀ ਅਪਣਾਈ ਜਾਵੇਗੀ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18। ਨੀਤੀ ਕੀ ਹੋਏਗੀ ਕਿ 31 ਤਰੀਕ ਨੂੰ ਜਿਹੜਾ ਇਕੱਠ ਸੱਦਿਆ ਗਿਆ ਸੀ ਉਸ ਇਕੱਠ ਨੂੰ ਲੈ ਕੇ ਤਾਂ ਪਿਕਚਰ ਕਲੀਅਰ ਕੀਤੀ ਗਈ ਹੈ। ਕੋਈ ਮੌਲਤ ਨਹੀਂ ਬਲਕਿ ਐਸ ਪਰ ਜੋ ਕਿ ਪਹਿਲਾਂ ਹੀ ਐਲਾਨ ਸੀ ਉਸ ਦੇ ਮੁਤਾਬਕ ਹੀ ਮੋਰਚੇ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਸੰਗਤ ਕਹਿ ਰਹੀ ਹੈ ਅਸੀਂ ਉਸ ਤਰੀਕੇ ਨਾਲ ਹੀ ਅੱਗੇ ਫੈਸਲਾ ਲਵਾਂਗੇ। 31 ਤਰੀਕ ਦਾ ਜ਼ਿਕਰ ਹੋ ਰਿਹਾ ਹੈ। ਸਵਾਲ ਬਹੁਤ ਸਾਰੇ ਉੱਠਦੇ ਨੇ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ। ਸਵਾਲ ਇਹ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਦਾ ਜਿਹੜਾ ਇੰਤਜ਼ਾਰ ਹੈ ਖਤਮ ਕਦੋਂ ਹੋਏਗਾ। ਤੇ ਸਭ ਤੋਂ ਅਹਿਮ ਸਵਾਲ ਕਿਉਂਕਿ ਨਵੀਂ ਸਰਕਾਰ ਹੈ ਪੰਜਾਬ ਦੇ ਵਿੱਚ 4 ਮਹੀਨੇ ਹੋਏ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ, ਤਾਂ ਸਵਾਲ ਇਹ ਵੀ ਹੈ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਬੇਅਦਬੀ ਮਾਮਲੇ ਦੇ ਵਿੱਚ ਜਾਂ ਗੋਲੀकांड ਮਾਮਲੇ ਦੇ ਵਿੱਚ ਜਾਂਚ ਪਹੁੰਚੀ ਕਿੱਥੇ ਹੈ। इंसाफ मोर्चे के वलों सरकार को मोहलत देने तो इनकार क्यों कर दिता गया। और यह भी सवाल है कि 31 तरीक के इकट्ठ के किहड़े वड्डे ऐलान या फिर वड्डे मोर्चे का ऐलान किया जा सकता है कि बेअदबी ते
ਬਹਿਬਲ ਕਲਾਂ ਮਾਮਲੇ ਦੀ ਜਾਂਚ ਸਹੀ ਦਿਸ਼ਾ ਦੇ ਵਿੱਚ ਵੱਧ ਰਹੀ ਹੈ? ਇਹ ਵੀ ਇੱਕ ਵੱਡਾ ਸਵਾਲ ਹੈ। ਇਸ ਦੇ ਉੱਤੇ ਅਸੀਂ ਗੱਲਬਾਤ ਅੱਜ ਕਰਾਂਗੇ। ਤਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਾਡੇ ਨਾਲ ਚਰਨਜੀਤ ਬਰਾੜ ਜੀ ਜੁੜ ਰਹੇ ਨੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਉਹਨਾਂ ਨੂੰ ਰਿਪਰੈਜ਼ੈਂਟ ਕਰਨਗੇ। ਬਰਾੜ ਸਾਹਿਬ ਸਵਾਗਤ ਹੈ। ਸਾਡੇ ਨਾਲ ਇਸ ਸਮੇਂ ਸੁਖਰਾਜ ਜੀ ਜੁੜ ਰਹੇ ਨੇ, ਸੁਖਰਾਜ ਸਿੰਘ ਜੀ ਜੁੜ ਰਹੇ ਨੇ, ਗੋਲੀकांड ਦੇ ਪੀੜਤ ਨੇ। ਕ੍ਰਿਸ਼ਨ ਭਗਵਾਨ ਸਿੰਘ ਗੋਲੀकांड ਦੇ ਦੌਰਾਨ ਜਿਹੜੇ ਦੋ ਲੋਕਾਂ ਦੀ ਮੌਤ ਹੋਈ, ਉਹਨਾਂ ਦੇ ਵਿੱਚੋਂ ਇੱਕ ਕ੍ਰਿਸ਼ਨ ਭਗਵਾਨ ਜੀ ਤੇ ਉਹਨਾਂ ਦੇ ਬੇਟੇ ਸੁਖਰਾਜ ਸਾਡੇ ਨਾਲ ਜੁੜ ਰਹੇ ਨੇ। ਸੁਖਰਾਜ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਤੇ ਸਾਡੇ ਨਾਲ ਇੱਥੇ ਰੂਬੀ ਗਿੱਲ ਜੀ ਵੀ ਜੁੜ ਰਹੇ ਨੇ, ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਰੂਬੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ 'ਚ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਅਸੀਂ ਸੱਦਿਆ ਗਿਆ ਸੀ, ਉਹਨਾਂ ਨੇ ਆਪਣਾ ਨੁਮਾਇੰਦਾ ਇਸ ਚਰਚਾ ਸ਼ਾਮਲ ਹੋਣ ਦੇ ਲਈ ਨਹੀਂ ਭੇਜਿਆ ਹੈ। ਸ਼ੁਰੂਆਤ ਕਰਦੇ ਹਾਂ ਚਰਚਾ ਦੀ। ਮੈਂ ਸਭ ਤੋਂ ਪਹਿਲਾਂ ਸੁਖਰਾਜ ਦਾ ਰੁਖ ਕਰਦਾ ਹਾਂ। ਸੁਖਰਾਜ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਲੋਕ ਜਾਣਨਾ ਚਾਹੁੰਦੇ ਨੇ, ਇਹ ਸਵਾਲ ਸਿੱਧਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ 5 ਸਾਲ, ਜਦੋਂ ਅਕਾਲੀ ਦਲ ਦੀ ਸਰਕਾਰ ਸੀ 2015 ਤੋਂ ਲੈ ਕੇ 2017 ਤੱਕ ਰਹੀ ਹੈ, 2015 ਚ ਘਟਨਾਕ੍ਰਮ ਵਾਪਰਿਆ ਸੀ ਕਰੀਬ 1.5 ਸਾਲ, ਉਦੋਂ ਸਮਾਂ ਦਿੱਤਾ ਗਿਆ ਤੇ ਹੁਣ ਸਰਕਾਰ ਬਣੀ ਨੂੰ ਹੋਏ ਨੇ 4 ਮਹੀਨੇ। ਮੌਲਤ ਕਿਉਂ ਨਹੀਂ ਦਿੱਤੀ ਜਾ ਰਹੀ ਨਵੀਂ ਸਰਕਾਰ ਨੂੰ? ਕੀ ਕੁਝ ਗੱਲਬਾਤ ਹੋਈ ਹੈ ਸੁਖਰਾਜ ਜੀ ਤੁਹਾਡੀ ਜਦੋਂ ਮੰਤਰੀ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ, ਤੇ ਮੌਲਤ ਕਿਉਂ ਨਹੀਂ ਦਿੱਤੀ ਜਾ ਰਹੀ ਇਸ ਪੂਰੇ ਮਾਮਲੇ ਦੇ ਵਿੱਚ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਕਿ ਸਰਕਾਰ ਨੂੰ ਜਿਹੜਾ ਮੌਲਤ ਆਲਰੇਡੀ ਦੇ ਚੁੱਕੇ ਸੀ ਇਸ ਮੋਰਚੇ ਵੱਲੋਂ ਜੀ, ਤਕਰੀਬਨ 4 ਮਹੀਨੇ ਦੀ ਮੌਲਤ ਸਰਕਾਰ ਨੂੰ ਪਹਿਲਾਂ ਮਿਲ ਚੁੱਕੀ ਹੈ ਇਸ ਮੋਰਚੇ ਵੱਲੋਂ, ਉਹ ਵੀ ਉਹਨਾਂ ਦੇ ਮੂੰਹ ਮੰਗੇ ਟਾਈਮ ਦੇ ਹਿਸਾਬ ਨਾਲ। ਪਹਿਲਾਂ 3 ਮਹੀਨੇ ਦਾ ਸਮਾਂ ਜਦੋਂ ਲੈ ਕੇ ਜਾਂਦੇ ਆ ਤਾਂ ਸਰਕਾਰ ਨੂੰ 3 ਮਹੀਨੇ ਦਾ ਸਮਾਂ ਹੀ ਸੰਗਤਾਂ ਵੱਲੋਂ ਦਿੱਤਾ ਜਾਂਦਾ, ਚਲੋ ਕੋਈ ਗੱਲ ਨਹੀਂ ਜੀ। ਦੂਸਰੀ ਵਾਰ ਹਫ਼ਤੇ ਦਾ ਸਮਾਂ ਕਿਹਾ ਜਾਂਦਾ ਤਾਂ ਮੋਰਚੇ ਵੱਲੋਂ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ, ਜਿਹਦੇ ਚ ਕਿਹਾ ਜਾਂਦਾ ਕਿ ਕੋਈ ਕਸਰ ਨਾ ਰਹੇ। ਅਸੀਂ 7 ਸਾਲ ਦੇ ਇੰਤਜ਼ਾਰ ਕਰ ਰਹੇ ਹਾਂ ਤੇ ਜਿੱਥੇ 7 ਦਿਨ ਤੁਸੀਂ ਕਹਿੰਦੇ ਤੁਹਾਨੂੰ 2 ਹਫ਼ਤਿਆਂ ਦਾ ਸਮਾਂ ਦਿੰਨੇ ਆ। ਸੋ ਅੱਜ ਉਹ ਵੀ 2 ਹਫ਼ਤੇ ਪੂਰੇ ਹੋਏ ਆ। ਅੱਜ 2 ਹਫ਼ਤੇ ਪੂਰੇ ਹੋਣ ਤੋਂ ਬਾਅਦ ਜਦੋਂ ਸਮਾਂ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ, ਫਿਰ ਕਿਤੇ ਨਾ ਕਿਤੇ ਨਿਰਾਸ਼ਾ ਜਿਹੜੀ ਆਉਂਦੀ ਹੈ ਇਸ ਗੱਲ ਨੂੰ ਲੈ ਕੇ ਕਿ ਜਦੋਂ ਤੁਸੀਂ ਪਹਿਲਾਂ 4 ਮਹੀਨਿਆਂ ਚ ਕੁਝ ਨਹੀਂ ਕਰ ਸਕੇ ਜੀ, ਤਾਂ ਹੁਣ ਉਹ 6 ਮਹੀਨਿਆਂ ਚ ਕੀ ਹੋਊਗਾ? ਸੁਖਰਾਜ ਜੀ, ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਮੈਂ ਵਿਚਾਲੇ ਰੋਕ ਰਿਹਾ ਤੁਹਾਨੂੰ, ਕਿ ਇਹ 4 ਮਹੀਨੇ ਦੇ ਵਿੱਚ ਤੁਹਾਨੂੰ ਨਹੀਂ ਲੱਗਿਆ ਕਿ ਗੋਲੀकांड ਚਾਹੇ ਬਹਿਬਲ ਕਲਾਂ ਦੇ ਵਿੱਚ ਵਾਪਰਿਆ ਜਾਂ ਫਿਰ ਕੋਟਕਪੂਰਾ ਦੇ ਵਿੱਚ ਹੋਇਆ ਜਾਂ ਬਰਗਾੜੀ ਦਾ ਬੇਅਦਬੀ ਮਾਮਲਾ, ਇਹਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਜਾਂਚ ਅੱਗੇ ਨਹੀਂ ਵਧੀ? 4 ਮਹੀਨੇ ਦੇ ਵਿੱਚ ਕਿੰਨੀ ਜਾਂਚ ਅੱਗੇ ਵਧੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ? ਦੇਖੋ, ਜੇ ਆਪਾਂ 4 ਮਹੀਨੇ ਦੀ ਗੱਲ ਕਰੀਏ ਤਾਂ ਇੱਕ ਜਿਹੜੀ ਪਟੀਸ਼ਨ ਪਾਈ ਹੋਈ ਸੀ, ਮੈਂ ਕਹਾਂਗਾ ਇਹਦੇ ਚ ਜਿਹੜੇ ਦੋਸ਼ੀ ਸੀਗੇ, ਦੋਸ਼ੀ ਕਹਾਂਗਾ ਕਿਉਂਕਿ ਸਾਡੀ ਨਿਗਾਹ ਦੇ ਵਿੱਚ ਆਲਰੇਡੀ ਦੋਸ਼ੀ ਆ, ਉਹਨਾਂ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ, ਉਹ ਜਾਂਚ ਨੂੰ ਰੋਕਿਆ ਗਿਆ ਸੀ ਤੇ ਇਹ ਸਰਕਾਰ ਨੇ ਇਕੱਲੀ ਉਹੀ ਰੱਦ ਕਰਵਾਈ ਆ। ਉਹਦੇ ਵਿੱਚ ਵੀ ਹਾਈ ਕੋਰਟ ਨੇ ਕਿਹਾ ਕਿ ਇਸ ਦੇ ਉੱਤੇ ਜੇ ਕੋਈ ਵੀ ਅਰਜੀ ਜਾਂ ਕੋਈ ਵੀ ਗੱਲਬਾਤ ਹੁੰਦੀ ਆ ਤਾਂ ਸੈਸ਼ਨ ਕੋਰਟ ਦੇ ਵਿੱਚ ਕੀਤਾ ਜਾਵੇ, ਜਿਹਦਾ ਟ੍ਰਾਇਲ ਸ਼ੁਰੂ ਕੀਤਾ ਜਾਵੇ। ਸੋ ਤਕਰੀਬਨ ਉਸ ਗੱਲ ਨੂੰ ਵੀ ਅੱਜ ਜਿਹੜਾ 20-22 ਦਿਨ ਦਾ ਸਮਾਂ ਹੋ ਚੁੱਕਿਆ ਤੇ ਉਹ ਟ੍ਰਾਇਲ ਸ਼ੁਰੂ ਵੀ ਨਹੀਂ ਇੱਥੇ ਕੋਰਟ ਦੇ ਵਿੱਚ ਹੋਇਆ। ਤੇ ਉਸ ਤੋਂ ਅਗਲੀ ਕਾਰਵਾਈ ਹੈ ਜਿਹੜੀ ਲਾਸਟ ਇਸ ਦੇ ਮਾਸਟਰਮਾਈਂਡ ਜਾਂ ਇਸ ਨੂੰ ਕੰਪਲੀਟ ਕਰਨਾ ਜਾਂਚ ਨੂੰ, ਉਹ ਜਿੱਥੇ ਜਾ ਕੇ ਰੁਕੀ ਆ ਜਾਂ ਜਿੱਥੇ ਜਾ ਕੇ ਹਜੇ ਰੁਕ ਰਹੀ ਆ, ਜਿਹਨੂੰ ਇਹ ਕੰਪਲੀਟ ਨਹੀਂ ਕਰ ਪਾ ਰਹੇ, ਉਹਦੇ ਲਈ ਫਿਰ ਇਹ ਸਮਾਂ ਮੰਗ ਰਿਹਾ। ਇਹ ਤਾਂ ਅਸੀਂ ਪਿਛਲੇ 7 ਸਾਲਾਂ ਤੋਂ ਹੀ ਕਹਿ ਰਹੇ ਹਾਂ ਜੀ। ਤਾਂ ਹੁਣ 3 ਮਹੀਨਿਆਂ ਦਾ, 3.5 ਮਹੀਨਿਆਂ ਦਾ ਜਾਂ ਜਿਹੜੇ 4 ਮਹੀਨਿਆਂ ਦਾ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਸਮਾਂ ਯੂਜ਼ ਕਰ ਰਹੇ ਆ। ਤਾਂ ਇਹਨਾਂ ਦੇ ਕਹੇ ਮੁਤਾਬਕ ਹੀ ਸਮਾਂ ਦਿੱਤਾ ਗਿਆ ਸੀ, ਇਹਨਾਂ ਦੇ ਮਨਸ਼ਾ ਦੇ ਨਾਲ ਹੀ ਜਿਹੜੀ ਗੱਲਬਾਤ ਹੋਈ ਸੀ, ਤਾਂ ਉਹਨੂੰ ਦਰਕਨਾਰ ਕਰਕੇ ਵੀ ਉਹ ਰਹਿੰਦੇ ਸਮੇਂ ਦੇ ਵਿੱਚ ਪੂਰਾ ਨਹੀਂ ਕਰ ਸਕੇ। ਮੇਰਾ ਇੱਕ ਹੋਰ ਸਵਾਲ ਹੈ, ਉਸ ਤੋਂ ਬਾਅਦ ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਦਾ। ਮੇਰਾ ਇੱਕ ਹੋਰ ਸਵਾਲ ਹੈ, ਲੋਕ ਇਹ ਵੀ ਇਸ ਸਮੇਂ ਸਵਾਲ ਚੁੱਕ ਰਹੇ ਨੇ ਕਿ ਜਿਹੜੀਆਂ ਸਾਬਕਾ ਸਰਕਾਰਾਂ ਰਹੀਆਂ ਨੇ ਉਹਨਾਂ ਨੂੰ ਤਾਂ ਤੁਸੀਂ ਜ਼ਿਆਦਾ ਸਮਾਂ ਦਿੱਤਾ, ਆਮ ਆਦਮੀ ਪਾਰਟੀ ਨੂੰ ਉਸ ਤਰੀਕੇ ਨਾਲ ਕਿਉਂ ਨਹੀਂ? ਇੱਕ ਚੋਰ ਚੋਰੀ ਕਰਦਾ ਫੜਿਆ ਜਾਂਦਾ, ਉਹ ਕਹਿੰਦਾ ਵੀ ਮੈਂ 1 ਕੀਤੀ ਸੀ, ਇਹ 2 ਕੀਤੀਆਂ, ਦੂਜਾ ਕਹਿੰਦਾ ਮੈਂ 3 ਕੀਤੀਆਂ। ਇਹ ਕੰਪੈਰੀਜ਼ਨ ਥੋੜੀ ਚੱਲ ਰਿਹਾ ਬਾਈ, ਇੱਥੇ ਕੰਪੈਰੀਜ਼ਨ ਨਹੀਂ ਚੱਲ ਰਿਹਾ। ਹਾਲਾਂਕਿ ਉਹਨਾਂ ਦੀ ਨਲਾਇਕੀ ਰਹੀ ਆ, ਉਹਨਾਂ ਤੋਂ ਕੁਝ ਹੋਇਆ ਨਹੀਂ, ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਰਾਜਨੀਤਿਕ ਮੌਤ ਮਾਰਿਆ। ਤਾਂ ਉਹ ਤੁਸੀਂ ਦੇਖੋ ਵੀ ਕਿੱਥੇ ਜਾ ਕੇ ਖੜੇ ਆ। ਦੋਨਾਂ ਸਰਕਾਰਾਂ ਜਾਂ ਤਿੰਨਾਂ ਦੀ ਆਪਾਂ ਗੱਲ ਕਰੀਏ, ਚੰਨੀ ਸਾਹਿਬ ਦਾ ਪੀਰੀਅਡ ਵੀ ਚੈੱਕ ਕਰੀਏ ਤਾਂ ਉਹਨਾਂ ਨੂੰ ਵੀ ਤੁਸੀਂ ਦੇਖੋ ਕਿਤੇ ਨਾ ਕਿਤੇ ਵੀ ਹਾਰ ਦਾ ਮੂੰਹ ਸਾਹਮਣਾ ਕਰਨਾ ਪਿਆ। ਇੱਕ ਰਾਜਨੀਤਿਕ ਮੌਤ ਜਿਹਨੂੰ ਆਪਾਂ ਕਹਿੰਦੇ ਉਹ ਹੋਈ ਆ, ਇਸ ਮੁੱਦੇ ਦੇ ਉੱਤੇ ਰਾਜਨੀਤੀ ਕਰਦੇ ਆ। ਸੋ ਉਸੇ ਰਾਤ ਹੀ ਜੇ ਇਹ ਚੱਲਣਗੇ ਤਾਂ ਇਹਨਾਂ ਦਾ ਵੀ ਉਦੋਂ ਮਾੜਾ ਹਸ਼ਰਾ ਜਿਹੜਾ ਹੋਵੇਗਾ।
ਠੀਕ ਹੈ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਬਹੁਤ ਸਾਰੇ ਸਵਾਲ ਨੇ ਇਸ ਚਰਚਾ ਦੇ ਵਿੱਚ, ਕੋਸ਼ਿਸ਼ ਕਰਾਂਗੇ ਉਹਨਾਂ ਦੇ ਉੱਤੇ ਗੱਲਬਾਤ ਹੋਵੇ। ਖਾਸ ਤੌਰ ਤੇ ਸੁਖਰਾਜ ਜੀ 31 ਤਰੀਕ ਦਾ ਕੀ ਕੁਝ ਤੁਸੀਂ ਐਲਾਨ ਕਰਨ ਜਾ ਰਹੇ ਹੋ ਜਾਂ ਕੀ ਕੁਝ ਰਣਨੀਤੀ ਹੈ ਉਸ ਦੇ ਉੱਤੇ ਵੀ ਮੈਂ ਗੱਲਬਾਤ ਕਰਾਂਗਾ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਚਰਨਜੀਤ ਬਰਾੜ ਜੁੜੇ ਹੋਏ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ, ਤੇ ਰੂਬੀ ਗਿੱਲ ਜੀ ਸਾਡੇ ਨਾਲ ਕਾਂਗਰਸ ਜੁੜੇ ਹੋਏ ਨੇ। ਬਰਾੜ ਸਾਹਿਬ, 4 ਮਹੀਨੇ ਦੇ ਵਿੱਚ ਦੇਖੋ, ਮੈਂ ਜੋ ਜ਼ਿਕਰ ਕਰ ਰਿਹਾ ਸੀਗਾ ਕਿ ਸਰਕਾਰ ਤਾਂ ਤੁਹਾਡੀ ਵੀ ਰਹੀ, ਤੁਸੀਂ ਬੇਸ਼ੱਕ ਅੱਜ ਕਹੋ ਕਿ ਉਹ ਪੂਰਾ ਮਾਮਲਾ ਸੀਬੀਆਈ ਨੂੰ ਉਸ ਸਮੇਂ ਦੇ ਦਿੱਤਾ ਗਿਆ ਸੀ। 4 ਮਹੀਨੇ ਬਾਅਦ ਤੁਸੀਂ ਕਿਵੇਂ ਅਪਡੇਟ ਇਸ ਦੇ ਵਿੱਚ ਪੂਰੇ ਮਾਮਲੇ 'ਚ ਦੇਖ ਰਹੇ ਹੋ? ਕਿਉਂਕਿ ਇਨਸਾਫ ਦਾ ਇੰਤਜ਼ਾਰ ਤਾਂ ਖਤਮ ਨਹੀਂ ਹੋਇਆ, ਨਾ ਕਾਂਗਰਸ ਦੇ ਸਮੇਂ ਹੋਇਆ, ਨਾ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਹੋਇਆ, ਤੇ ਨਾ ਮੌਜੂਦਾ ਸਮੇਂ ਦੇ ਵਿੱਚ ਫਿਲਹਾਲ ਹੋਇਆ। ਦੇਖੋ, ਇੱਕ ਗੱਲ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਬੜੀ ਮੰਦਭਾਗੀ ਗੱਲ ਹੈ ਕਿ ਇਹਦੇ ਤੇ ਕਿਤੇ ਨਾ ਕਿਤੇ ਸਿਆਸਤ ਭਾਰੂ ਰਹੀ। ਮੈਂ ਸੁਖਰਾਜ ਜੀ ਦੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ। ਭਾਵੇਂ ਸਾਡੇ ਤੁਸੀਂ 1.5 ਸਾਲ ਕਹਿਤਾ, ਮੈਂ ਥੋੜਾ ਜਿਹਾ ਤੁਹਾਨੂੰ ਦਰੁਸਤ ਕਰ ਦਿਆਂ ਕਿ 13 ਕੁ ਮਹੀਨਿਆਂ ਬਾਅਦ ਸਾਡੇ ਜਿਹੜਾ ਸੀਗਾ ਚੋਣ ਜ਼ਾਬਤਾ ਲੱਗ ਗਿਆ ਸੀ। ਔਰ ਜਦੋਂ FIR ਪਹਿਲੀ ਹੋਈ, ਪਹਿਲੀ ਦੇ ਵਿੱਚ ਬਕਾਇਦਾ ਨਾਮ ਨਹੀਂ ਸੀ, ਤੇ ਦੂਜੀ FIR ਕੁਝ ਦਿਨ ਬਾਅਦ, ਹਫ਼ਤੇ 10 ਦਿਨ ਬਾਅਦ ਹੀ ADGP ਜਿਹੜੇ ਸਹੋਤਾ ਸਾਹਿਬ ਸੀਗੇ ਉਹਨਾਂ ਨੇ 130 ਨੰਬਰ FIR 21/10 ਨੂੰ ਕੀਤੀ, ਜਿਹਦੇ ਵਿੱਚ ਮੈਂ ਲਾਈਨਾਂ ਪੜ੍ਹਦਿਆਂ ਕਿਉਂਕਿ ਆਮ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਕਮੈਂਟ ਕਰਦੇ ਆ ਨਾ, ਉਹ ਕਹਿੰਦੇ ਆ ਜੀ ਪੁਲਿਸ ਜਿਹੜੀ ਹੈ ਬੇਪਛਾਣ ਸੀ ਜਾਂ ਕੋਈ ਇਦਾਂ ਦੀਆਂ ਗੱਲਾਂ ਕਰਦੇ ਆ। ਪੈਰਾ ਨੰਬਰ 4 ਲਿਖਿਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਨਮੁਖ ਇਹ ਤੱਥ ਸਾਹਮਣੇ ਆਏ ਹਨ ਕਿ 2 ਵਿਅਕਤੀ ਜਿਨ੍ਹਾਂ ਦਾ ਨਾਮ ਕ੍ਰਿਸ਼ਨ ਭਗਵਾਨ ਸਿੰਘ ਪੁੱਤਰ ਸ਼੍ਰੀ ਮਹਿੰਦਰ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਸਾਧੂ ਸਿੰਘ ਪੁਲਿਸ ਫਾਇਰਿੰਗ ਦੌਰਾਨ ਮੌਤ ਹੋ ਗਈ। ਇਹ ਪੁਲਿਸ ਪਾਰਟੀ ਚਰਨਜੀਤ ਸਿੰਘ SSP ਮੋਗਾ ਦੀ ਨਿਗਰਾਨੀ ਹੇਠ ਤੈਨਾਤ ਸੀ। ਇੱਕ ਤਾਂ ਮੈਂ ਕਲੀਅਰ ਕਰ ਦਿਆਂ ਵੀ 129 ਨੰਬਰ FIR ਦੇ ਵਿੱਚ 21/10/2015 ਦੇ ਨਾਮਜ਼ਦ ਸੀ। ਤੁਸੀਂ ਕਹਿ ਰਹੇ ਹੋ ਬਹਿਬਲ ਕਲਾਂ ਮਾਮਲੇ 'ਚ FIR ਹੋਈ? ਮੈਂ ਬਹਿਬਲ ਕਲਾਂ ਦੀ ਗੱਲ ਕਰ ਰਿਹਾ। ਬਹਿਬਲ ਕਲਾਂ ਤੇ ਕੋਟਕਪੂਰਾ 2 ਗੋਲੀकांड ਆ, ਜਿਹਦੀ ਮੇਰਾ ਖਿਆਲ ਹੈ ਕਿ ਅੱਜ ਸਿਰਫ ਆਪਾਂ ਚਰਚਾ ਕਰ ਰਹੇ ਹਾਂ ਕਿਉਂਕਿ ਅੱਜ ਬੇਅਦਬੀ ਵਾਲਾ ਕੇਸ ਤਾਂ ਪਾਸੇ ਹੈ, ਉਹਦਾ ਤਾਂ ਚਲਾਨ ਚਲਾ ਗਿਆ। ਅੱਜ ਆਪਾਂ ਭਾਈ ਸੁਖਰਾਜ ਸਿੰਘ ਜੀ ਹੋਰੀ ਜਿਹੜੇ ਬੈਠੇ ਨੇ, ਉਹ ਆਪਣੇ ਬਾਪ ਦਾ ਦੂਜੇ ਸਾਥੀਆਂ ਦਾ ਇਨਸਾਫ ਲੈਣ ਲਈ ਬੈਠੇ ਆ। ਔਰ 2 FIR ਇਹਦੇ ਵਿੱਚ ਦੋਨੋਂ ਜਗ੍ਹਾ ਤੇ 2-2 FIR ਹੋਈਆਂ। ਔਰ ਅਸੀਂ ਸਮਝਦੇ ਹਾਂ ਕਿ ਜੇ 14 ਮਹੀਨਿਆਂ 'ਚ ਸਾਥੋਂ ਇਨਸਾਫ ਨਹੀਂ ਹੋ ਸਕਿਆ ਤੇ ਫਿਰ ਲੋਕਾਂ ਨੇ ਸਾਨੂੰ ਰਸਤਾ ਦਿਖਾਤਾ। ਔਰ ਰਸਤਾ ਦਿਖਾਉਣ ਤੋਂ ਬਾਅਦ ਜਿਸ ਕਿਸਮ ਦੀ ਸਿਆਸਤ ਹੋਈ ਪਿਛਲੀ ਸਰਕਾਰ ਦੇ ਦੌਰਾਨ, ਜੋ ਸਿੱਟ ਬਣੀ, ਜੋ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਇੱਕ ਸਧਾਰਨ ਜਾਂਚ ਨੂੰ ਨਸੂਰ ਬਣਾ ਦਿੱਤਾ, ਦਲਦਲ ਬਣਾ ਦਿੱਤਾ, ਧਰਮ ਦੀ ਆੜ ਵਿੱਚ ਧਰਮ ਪੁਲਿਸ ਸਿਆਸਤ ਮਿਕਸਚਰ ਲੋਕਾਂ ਦਾ ਖਤਰਨਾਕ ਮੇਲ ਜੋਲਾ, ਇੱਥੋਂ ਤੱਕ ਦੀਆਂ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ। ਹੁਣ ਵੀ ਮੰਨ ਲਓ ਜਦੋਂ ਐਸ ਸਰਕਾਰ ਨੇ ਕਿਹਾ ਕਿ ਅਸੀਂ ਉਹ ਜਿਹੜੀ ਸੀਗੀ ਰੱਦ ਕਰਾ ਲੀਆਂ, ਜਿਹੜੀਆਂ ਕੋਈ ਦੋਸ਼ੀ ਬਣਾਏ ਗਏ ਆ ਚਲਾਨ ਦੇ ਵਿੱਚ, ਉਹ ਹਾਈ ਕੋਰਟ ਗਏ ਸੀ। ਪਰ ਮੈਂ ਇੱਕ ਤੁਹਾਡੀ ਵੀ ਜਾਣਕਾਰੀ 'ਚ ਵਾਧਾ ਕਰਦਿਆਂ, ਆ ਹੁਣ ਵਾਲੀ ਸਰਕਾਰ ਫਿਰ ਹਾਈ ਕੋਰਟ ਚੱਲ ਗਈ ਕਿ ਸਾਨੂੰ ਇਹਦੇ 'ਚ ਸਪਸ਼ਟ ਕੀਤਾ ਜਾਵੇ ਕਿ ਆਰਡਰ ਸਪਸ਼ਟ ਕੀ ਹੈ। ਹੁਣ ਮੈਂ ਟੀਕਾ ਟਿੱਪਣੀ ਨਹੀਂ ਕਰੂੰਗਾ ਕਿਉਂਕਿ ਜਾਂਚ ਦੇ ਵਿੱਚ ਜਿਵੇਂ ਅੱਜ ਵਕੀਲ ਸਾਹਿਬਾਨ ਜਾ ਕੇ ਕਹਿ ਰਿਹਾ ਕਿ 6 ਮਹੀਨੇ 'ਚ ਕਰ ਦਿਆਂਗੇ, ਕਦੇ ਪਹਿਲਾਂ ਕਹਿੰਦੇ ਆ 2 ਮਹੀਨੇ 'ਚ ਕਰ ਦਿਆਂਗੇ। ਮਾਣਯੋਗ ਸੁਪਰੀਮ ਕੋਰਟ ਦੀਆਂ ਕਲੀਅਰ ਕੱਟ ਹਦਾਇਤਾਂ ਨੇ, ਮਾਣਯੋਗ ਸੁਪਰੀਮ ਕੋਰਟ ਵੀ ਨਹੀਂ ਛੇਤੀ ਕੀਤੇ ਟਾਈਮ ਬਾਉਂਡ ਕਰ ਸਕਦੀ, ਤੇ ਇਹ ਸਾਡੇ ਵਰਗੇ ਸਧਾਰਨ ਬੰਦੇ ਜਾ ਕੇ ਕਹੀ ਜਾਂਦੇ ਆ ਵੀ ਇਦਾਂ ਕਰ ਦਾਂਗੇ। ਇਸ ਕਰਕੇ ਸਾਰੇ ਕਾਨੂੰਨ ਤੋੜ ਕੇ ਸਿਆਸਤ ਖੇਡਣ ਲੱਗੇ ਹੋਏ ਆ, ਜਿਹੜੀ ਨਹੀਂ ਖੇਡਣੀ ਚਾਹੀਦੀ। ਅਸੀਂ ਆਪ ਇਸ ਗੱਲ ਦੇ ਪੀੜਤ ਹੈਗੇ ਆ ਕਿ ਬਾਰ-ਬਾਰ ਬਿਨਾਂ ਕਿਸੇ ਗੱਲ ਤੋਂ ਸਾਡੇ 13-14 ਮਹੀਨਿਆਂ ਤੇ ਉਂਗਲ ਠਾਈ ਜਾਂਦੀ ਹੈ। 5 ਸਾਲ ਕਾਂਗਰਸ ਪਾਰਟੀ ਦੇ ਲੰਘ ਗਏ, 4-4.5 ਮਹੀਨੇ ਆ ਵੀ ਹੋ ਗਏ ਆ। ਕਿਰਪਾ ਕਰਕੇ ਜੋ ਇਨਸਾਫ ਬਣਦਾ ਹੈ ਔਰ ਜੋ ਕੋਈ ਦੋਸ਼ੀ ਹੈ ਕਟਹਿਰੇ 'ਚ ਖੜਾ ਕਰਨ ਵਾਲੇ ਕਟਹਿਰੇ 'ਚ ਖੜਾ ਕਰੋ ਤਾਂ ਕਿ ਦੁੱਧ ਤੇ ਦੁੱਧ ਦਾ ਪਾਣੀ ਤੇ ਪਾਣੀ ਹੋਵੇ। ਇੱਕ ਮਿੰਟ ਇੱਥੇ ਮੇਰਾ ਸੁਖਰਾਜ ਜੀ, ਮੈਂ ਰੂਬੀ ਤੁਹਾਡੇ ਕੋਲ ਆਉਣਾ। ਸੁਖਰਾਜ ਜੀ, ਜੇ ਸਾਡੇ ਮਾਨਯੋਗ ਵੱਡੇ ਵੀਰ ਬਰਾੜ ਸਾਹਿਬ ਗੱਲ ਕਰ ਰਹੇ ਆ ਤਾਂ 13 ਮਹੀਨਿਆਂ ਦਾ ਟਾਈਮ ਪੀਰੀਅਡ ਵੀ ਬਹੁਤ ਵੱਡਾ ਹੁੰਦਾ। ਇੱਕ ਉਸ ਸਮੇਂ ਦੀ ਸਰਕਾਰ ਵਾਸਤੇ, ਦੂਸਰਾ ਉਸ ਸਮੇਂ ਦੀ ਸਰਕਾਰ ਦੇ ਲਈ ਇੱਕ ਚੁਣੌਤੀ ਹੁੰਦੀ ਆ ਜਿਹਦੇ ਰਾਜ ਦੇ ਵਿੱਚ ਸਾਰਾ ਕੁਝ ਹੋਇਆ ਹੋਵੇ ਤੇ ਪੰਜਾਬ ਦੇ ਲੋਕ ਇਹ ਕਹਿੰਦੇ ਹੋਣ ਕਿ ਇਹਨਾਂ ਨੇ ਕਰਾਇਆ, ਤੇ ਉੱਥੇ ਉਹਨਾਂ ਨੂੰ ਉਸ ਤੋਂ ਦਾਗ ਮਿਟਾਉਣ ਦੇ ਲਈ ਮੈਂ ਸਮਝਦਾ ਕਿ ਦੋਸ਼ੀਆਂ ਤੇ ਕਾਰਵਾਈ ਕਰਨ ਦੇ ਵਿੱਚ ਜਿੱਥੇ 2 ਮਹੀਨੇ ਲੱਗਦੇ ਉੱਥੇ 1 ਮਹੀਨੇ ਦੇ ਅੰਦਰ ਕਰਨੀ ਚਾਹੀਦੀ ਸੀ। ਪਰ ਇਹਨਾਂ ਕੋਲੇ 13 ਮਹੀਨੇ ਸੀਗੇ। ਬਰਾੜ ਸਾਹਿਬ, 13 ਮਹੀਨੇ ਵਾਲਾ ਜਵਾਬ ਵੀ ਜਿਹੜਾ ਸੰਗਤ ਨੂੰ ਸੰਤੁਸ਼ਟ ਨਹੀਂ ਕਰਦਾ ਤੁਹਾਡਾ, ਜਿਹੜਾ ਤੁਸੀਂ ਕਹਿੰਦੇ ਹੋ, ਤੁਸੀਂ ਉਹ 'ਚ ਕੋਤਾਹੀ ਵਰਤੀ ਆ, ਤੁਸੀਂ ਉਹ 'ਚ ਆਪਣਾ ਜਿਹੜਾ ਕਹੀਏ ਕਿ ਆਲਸੀ ਦਿਖਾਈ ਹੈ। ਤਾਂ ਜੇ ਤੁਹਾਡੇ ਰਾਜ ਦੇ ਵਿੱਚ ਹੋਇਆ, ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਗੋਲੀकांड ਹੋਇਆ, ਤਾਂ ਜਿਹੜੇ ਦੋਸ਼ੀਆਂ ਤੇ ਕਾਰਵਾਈ ਪੰਜਾਬ ਦੇ ਲੋਕ ਤੁਹਾਡੀ ਸਰਕਾਰ ਤੋਂ ਐਕਸੈਪਟ ਕਰਦੇ ਸੀ ਵੀ ਹੋਣੀ ਚਾਹੀਦੀ ਆ, ਉਹ ਅੱਜ ਤੱਕ ਨਹੀਂ ਹੋਈ। ਠੀਕ ਹੈ, ਤੁਹਾਡਾ ਪੁਆਇੰਟ ਆਇਆ ਸਰ, ਮੈਂ ਇੱਕ ਵਾਰ ਜਵਾਬ ਲੈ ਲਵਾਂ। ਠੀਕ ਹੈ ਸੁਖਰਾਜ ਜੀ, ਤੁਹਾਡਾ ਪੁਆਇੰਟ ਆਇਆ। ਮੈਂ ਤਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਅਕਾਲੀ ਦਲ ਦੀ ਬੀਜੇਪੀ ਦੀ ਸਰਕਾਰ ਉਸ ਸਮੇਂ ਸੀ। ਬਰਾੜ ਸਾਹਿਬ,
ਮੈਂ ਸੁਖਰਾਜ ਜੀ ਦੀ ਗੱਲ ਨਾਲ ਸਹਿਮਤ ਹਾਂ। ਮੈਂ ਜਿੱਥੇ 13 ਮਹੀਨਿਆਂ ਦਾ ਸਮਾਂ ਕਿਹਾ, ਮੈਂ ਉੱਥੇ ਇਹ ਵੀ ਕਿਹਾ ਕਿ ਅਸੀਂ ਉਹਦੇ 'ਚ ਨਹੀਂ ਕਰ ਪਾਏ ਤੇ ਲੋਕਾਂ ਨੇ ਸਜ਼ਾ ਵੀ ਦਿੱਤੀ ਹੈ। ਮੈਂ ਇਹ ਗੱਲ ਮੰਨ ਚੁੱਕਿਆ, ਪਹਿਲਾਂ ਹੀ ਕਹਿ ਚੁੱਕਿਆ। ਔਰ ਮੈਂ ਇਹ ਨਾਲ ਉਹਨਾਂ ਦੀ ਅਗਲਾ ਸਵਾਲ ਇਹ ਉੱਠਦਾ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮਹੀਨੇ 2 ਮਹੀਨਿਆਂ 'ਚ ਹੀ ਹੋ ਜਾਂਦਾ ਹੈ। ਜੇ ਸਾਡੇ ਵੇਲੇ ਕੋਈ ਢਿੱਲ ਮੱਠ ਰਹੀ ਜਾਂ ਨਾ ਰਹੀ, ਉਹਨੂੰ ਆਪਾਂ ਛੱਡ ਦਈਏ। ਸਾਨੂੰ ਤਾਂ ਲੋਕਾਂ ਦੇ ਕਹੇ ਤੋਂ, ਵਿਰੋਧੀਆਂ ਦੇ ਕਹੇ ਤੋਂ ਲੋਕਾਂ ਨੇ ਸਜ਼ਾ ਦੇਤੀ, ਇਹਨਾਂ ਦੀ ਸੱਚੀ ਮੰਨ ਲਈ। ਮੈਂ ਉਸ ਟੈਕਨੀਕਲਟੀ 'ਚ ਨਹੀਂ ਜਾਣਾ ਚਾਹੁੰਦਾ ਕਿ ਫਲਾਨਾ ਕੋਰਟ ਚੱਲ ਗਿਆ, ਫਲਾਨੇ ਦੀ ਇਨਕੁਆਇਰੀ ਲੱਗ ਗਈ, ਫਲਾਨਾ ਹੋ ਗਿਆ। ਅਸੀਂ ਤਾਂ ਜੋ ਕਿਹਾ ਵੀ ਜੋ ਸਾਡਾ ਹੈਗਾ, ਪਰਮਾਤਮਾ ਨੇ ਜੋ ਸਾਡੇ ਝੋਲੀ ਪਾਇਆ, ਜੇ ਕੋਈ ਹੈਗਾ ਕੀਤਾ ਭਾਵੇਂ ਨਹੀਂ ਕੀਤਾ, ਅਸੀਂ ਪਵਾ ਲਿਆ। ਲੋਕਾਂ ਨੇ ਝੋਲੀ ਪਾਇਆ, ਪਵਾ ਲਿਆ। ਪਰ ਬੇਨਤੀ ਤਾਂ ਇਹ ਹੈਗੀ, ਜਿਵੇਂ ਇਹਨਾਂ ਨੇ ਕਿਹਾ ਕਿ ਮਹੀਨੇ 1.5 ਮਹੀਨੇ ਚੋਂ ਜਿਹੜੀ ਤਾਂ 5 ਸਾਲ ਤੱਕ ਕਾਂਗਰਸ ਦੇ ਲੰਘੇ, ਜਿਨ੍ਹਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ। ਫਿਰ ਉਸ ਤੋਂ ਬਾਅਦ 3 ਮਹੀਨੇ 4 ਮਹੀਨੇ ਜਿਹੜੇ ਹੈਗੇ ਆ ਚੰਨੀ ਸਾਹਿਬ ਦੇ ਵੀ ਲੰਘੇ, ਤੇ 4 4.5 ਮਹੀਨੇ ਆ ਵੀ ਲੰਘੇ। ਮੈਂ ਤਾਂ ਇਹ ਕਹਿਣਾ ਵੀ ਜੋ ਇਨਸਾਫ ਬਣਦਾ, ਜੇ ਇਨਸਾਫ ਹੁੰਦਾ ਤੇ ਅਸੀਂ ਵੀ ਉਹਦੇ ਵਿੱਚੋਂ ਇੱਕ ਜਿਹੜਾ ਹੈਗਾ ਸਾਡੇ ਲਈ ਵੀ ਇੱਕ ਰਾਹਤ ਤਾਂ ਹੀ ਬਣਨੀ ਹੈ ਕਿ ਜੋ ਇਨਸਾਫ ਬਣਦਾ ਇਨਸਾਫ ਦਿੱਤਾ ਜਾਵੇ। ਅਸੀਂ ਤਾਂ ਮਤਲਬ ਤੁਹਾਨੂੰ ਇਹ ਵੀ ਲੱਗ ਰਿਹਾ ਕਿ ਜਦੋਂ ਬਿਲਕੁਲ ਮੁਕੰਮਲ ਹੋਗੀ ਜਾਂਚ ਜਾਂ ਫਿਰ ਇਹ ਪੂਰਾ ਮਾਮਲਾ, ਤਾਂ ਉਸ ਦੇ ਵਿੱਚ ਇਹ ਵੀ ਕਲੀਅਰ ਹੋ ਜਾਏਗਾ ਕਿ ਅਕਾਲੀ ਦਲ ਦੀ ਸਰਕਾਰ ਜਾਂ ਉਸ ਸਮੇਂ ਪੁਲਿਸ ਪ੍ਰਸ਼ਾਸਨ ਦਾ ਕੀ ਰੋਲ ਸੀ। ਤੁਹਾਨੂੰ ਬਰਾੜ ਸਾਹਿਬ ਇਹੀ ਲੱਗ ਰਿਹਾ? ਮੈਂ ਇਹੀ ਬੇਨਤੀ ਕਰਾਂ ਕਿ ਬਾਰ-ਬਾਰ ਬੇਅਦਬੀ ਦੇ ਮੁੱਦੇ ਤੇ ਵੀ ਇਹੀ ਕੁਝ ਹੁੰਦਾ ਰਿਹਾ। ਹਾਲਾਂਕਿ ਉਹ ਵੱਖਰਾ ਕੇਸ ਹੈ, ਪਰ ਕਾਂਗਰਸ ਵੇਲੇ ਦੀ ਸਿੱਟ ਬਣੀ, ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਬਣੀ, ਠੀਕ ਹੈ। ਔਰ ਮੌਜੂਦਾ ਸਰਕਾਰ ਨੇ ਉਹਨੂੰ ਸਮੈਤ ਮਨਜ਼ੂਰੀ ਦਿੱਤੀ, ਜਿਹੜਾ ਚਲਾਨ ਪੇਸ਼ ਹੋਇਆ। ਇਹ ਦੋਨੋਂ ਸਰਕਾਰਾਂ ਦੀ ਕਾਰਜਕਾਰੀ ਜਾਂ ਦੋਨੋਂ ਸਰਕਾਰਾਂ ਦੀ ਮੋਹਰ ਲੱਗੀ, ਔਰ ਜਿਹਦੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਕੋਈ ਨਾਂ ਨਹੀਂ। ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਮਿਹਰ ਕਰੇ ਕਿ ਬਿਲਕੁਲ, ਕਿਉਂਕਿ ਸਰਕਾਰਾਂ ਦੇ ਦੌਰਾਨ ਬਹੁਤ ਕੁਝ ਹੋ ਜਾਂਦਾ ਹੈ। ਇਹ ਸਾਡੀ ਦੌਰਾਨ ਹੋਇਆ, ਸਾਡੇ ਲਈ ਸ਼ਰਮਿੰਦਗੀ ਦਾ ਬਾਇਸ ਹੈ। ਅਸੀਂ ਕੋਈ ਇਹਨੂੰ ਇਹ ਨਹੀਂ ਕਹਿੰਦੇ ਵੀ ਮਤਲਬ ਵੀ ਹੋ ਜਾਂਦਾ, ਪਰ ਮੈਂ ਕਹਿਣਾ ਵੀ ਜਿਹੜਾ ਕੁਝ ਹੋਇਆ ਉਹ ਮੰਦਭਾਗਾ ਸੀ, ਸਾਡੇ ਲਈ ਬੜਾ ਨਿੰਦਣਯੋਗ ਹੈ, ਸਾਡੇ ਲਈ ਬੜਾ ਇਹ ਪਛਤਾਵਾਯੋਗ ਹੈ। ਪਰ ਮੈਂ ਇੱਕ ਗੱਲ ਕਹਾਂ ਕਿ ਘੱਟੋ ਘੱਟ ਇਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਬੜਾ ਲੰਬਾ ਸਮਾਂ ਹੋ ਗਿਆ, ਇਹਨੂੰ ਜ਼ਰੂਰ ਇਨਸਾਫ ਤੱਕ ਲਿਜਾਣਾ। ਚਲੋ ਸਿਆਸਤ ਤਾਂ ਹੁੰਦੀ ਹੈ, ਤੁਸੀਂ ਵੀ ਜਾਣਦੇ ਹੋ ਕਿ 2 ਇਲੈਕਸ਼ਨ ਲੰਘ ਚੁੱਕੀਆਂ, ਉਸ ਤੋਂ ਬਾਅਦ 2017 ਤੇ 2022 ਦੀ ਇਹ ਮੁੱਦਾ ਲਗਾਤਾਰ ਗੂੰਜਦਾ ਹੈ। ਰੂਬੀ ਗਿੱਲ ਜੀ, ਮੈਂ ਸਵਾਲ ਕਰਾਂ ਪਰ ਉਸ ਤੋਂ ਪਹਿਲਾਂ ਤੁਸੀਂ ਸੁਣ ਰਹੇ ਹੋ ਲਗਾਤਾਰ ਜਿਹੜੀਆਂ ਤੁਹਾਡੇ ਪੈਨਲ ਦੇ ਉੱਤੇ ਦੂਜੀਆਂ ਪਾਰਟੀਆਂ ਨੇ, ਜੀ ਕੀ ਕਹਿਣਾ ਚਾਹੁੰਦੇ ਹੋ? ਉਸ ਤੋਂ ਬਾਅਦ ਸਵਾਲ ਤੇ ਜੀ ਗੌਰਵ ਪਲੀਜ਼ 2 ਮਿੰਟ ਕੰਪਲੀਟ ਕਰਨ ਦਿਓ। ਜਦੋਂ ਅੱਜ ਭਗੌੜੇ ਹੋ ਗਏ ਆਮ ਆਦਮੀ ਪਾਰਟੀ ਵਾਲੇ ਜਿਹੜੇ ਕਿ ਇੱਥੇ ਸਾਹਮਣਾ ਨਹੀਂ ਸੱਚ ਦਾ ਕਰ ਪਾਏ, ਜਦੋਂ ਅਰਵਿੰਦ ਕੇਜਰੀਵਾਲ ਤੁਹਾਡੇ ਚੈਨਲ ਤੇ ਵੀ ਬਾਈਟ ਪਈ ਹੋਣੀ, ਕਹਿੰਦੇ ਸੀ ਕਿ ਨੀयत में खराबी नहीं होनी चाहिए, 24 घंटे में हम करके दिखाएंगे। ਹੁਣ ਦੇਖੋ ਅੱਜ 5-6 ਮਹੀਨੇ ਲੰਘੇ, ਕਿਉਂਕਿ ਅਜੇ ਤੱਕ ਹੀ ਚਲੋ ਵਿਆਹ ਦੀਆਂ ਜਾਂ ਹੋਰਾਂ ਚੀਜ਼ਾਂ ਦੀਆਂ ਵਧਾਈਆਂ ਚੱਲੀ ਜਾਂਦੀਆਂ, ਪੰਜਾਬ ਵੱਲ ਤਾਂ ਕਿਸੇ ਦਾ ਧਿਆਨ ਨਹੀਂ। ਗੁਜਰਾਤ ਹਿਮਾਚਲ ਦੇ ਇਲੈਕਸ਼ਨਾਂ ਦੀ ਟੈਨਸ਼ਨ ਪਈ ਹੈ। ਕਾਂਗਰਸ ਸਰਕਾਰ ਵੇਲੇ ਆਈਜੀ ਉਮਰਾ ਨੰਗਲ ਤੇ ਜੇਲ੍ਹ ਦੇ ਵਿੱਚ ਗਏ, ਐਸਐਸਪੀ ਚਰਨਜੀਤ ਸ਼ਰਮਾ ਤੇ ਕਾਰਵਾਈ ਹੋਈ, ਕਿੰਨੇ ਡੇਰਾ ਪ੍ਰੇਮੀਆਂ ਤੇ ਕਾਰਵਾਈ ਹੋਈ, ਡੇਰਾ ਮੁਖੀ ਤੋਂ ਜਾ ਕੇ ਉੱਥੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ, ਉੱਥੇ ਜਾ ਕੇ ਪੁੱਛਗਿੱਛ ਕੀਤੀ ਗਈ। ਔਰ ਦੂਸਰੀ ਗੱਲ, ਬਰਾੜ ਸਾਹਿਬ ਮੇਰੇ ਸੀਨੀਅਰ ਨੇ, ਮੇਰੇ ਤੋਂ ਵੱਡੇ ਨੇ, ਕਿ ਅੱਜ ਪੰਜਾਬ ਦੇ ਲੋਕ ਸਵਾਲ ਕਿਉਂ ਨਾ ਪੁੱਛਣ ਕਿ ਜਿਹੜੇ ਰਾਮ ਰਹੀਮ ਨੇ ਗੁਰੂ ਸਾਹਿਬ ਦੀ ਪੋਸ਼ਾਕ ਪਾਈ ਸੀ, ਅਕਾਲ ਤਖਤ ਦੇ ਜਥੇਦਾਰ ਤੋਂ ਤੁਸੀਂ ਉਹਨੂੰ ਮਾਫੀ ਮੰਗਵਾਈ, ਫਿਰ ਬਾਅਦ ਦੇ ਵਿੱਚ ਡੇਰਾ ਡਿਸਕਸ ਹੋ ਰਿਹਾ ਕਿ ਗੋਲੀ ਕਾਂਡ ਤੁਸੀਂ ਕਾਂਗਰਸ ਦੇ 5 ਸਾਲ ਕਿਤੇ ਨਾ ਸੁਣੋ। ਆਪਾਂ ਮੁੱਦੇ ਤੇ ਰਹੋ, ਦਿਹਾੜੀ ਕਰ ਲਓ, ਮੈਂ ਬੈਠਾ। ਮੈਂ ਕਿਹਾ ਤੁਸੀਂ ਜਵਾਬ ਲਓ, ਤੁਹਾਡੇ ਵਿੱਚ ਨਹੀਂ ਬੋਲਿਆ ਜੀ, ਤੁਸੀਂ ਸੀਨੀਅਰ ਹੋ, ਗਲਤ ਗੱਲ ਆਪਾਂ ਮੋੜਨ ਵਾਲੇ ਪਾਸੇ। ਫਿਰ ਤੁਸੀਂ ਗੱਲ ਤਾਂ ਸੁਣੋ, ਸੱਚ ਦਾ ਸਾਹਮਣਾ ਤਾਂ ਕਰੋ। ਗੋਲੀ ਕਾਂਡ ਤੇ ਹੈਗਾ, ਆਪਾਂ ਗੋਲੀ ਕਾਂਡ। ਮੈਂ ਕਿਹਾ ਗੋਲੀ ਕਾਂਡ ਹੋਇਆ ਕਿਉਂ? ਜੇ ਬੇਅਦਬੀ ਹੋਈ ਤੇ ਗੋਲੀ ਕਾਂਡ ਹੋਇਆ, ਗੋਲੀ ਕਾਂਡ ਚ ਬੇਅਦਬੀ ਹੋਈ ਤੇ ਗੋਲੀ ਕਾਂਡ ਹੋਇਆ। ਗੱਲ ਸੁਣੋ, ਰਾਮ ਰਹੀਮ ਨੂੰ ਇਹਨਾਂ ਬ੍ਰਾਂਡ ਅੰਬੈਸਡਰ ਬਣਾ ਕੇ ਰੱਖਿਆ। ਇਹਨਾਂ ਦੀ ਅਕਾਲੀ ਦਲ ਦੀ ਜ਼ਿਲ੍ਹਿਆਂ ਦੀ ਲੀਡਰਸ਼ਿਪ MSG ਫਿਲਮ ਵੇਖਣ ਜਾਂਦੀ ਸੀ, ਉਹਨੂੰ ਕਿੰਗ ਮੇਕਰ ਬਣਾ ਕੇ, ਕਿਉਂਕਿ ਇਹਨਾਂ ਦਾ ਕਿੰਗ ਮੇਕਰ ਸੀ, ਉਹਨੂੰ ਬ੍ਰਾਂਡ ਅੰਬੈਸਟਰ ਬਣਾਇਆ ਸੀਗਾ। ਕਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਤੁਸੀਂ ਖੇਡਿਆ। ਤੁਸੀਂ ਤਾਂ ਧਰਮ ਦੇ ਨਾਮ ਤੇ ਵੋਟਾਂ ਲਈਆਂ ਹਮੇਸ਼ਾ ਪੰਜਾਬ ਦੇ ਲੋਕਾਂ ਤੋਂ, ਕਿ ਧਰਮ ਨੂੰ ਪੰਥ ਨੂੰ ਖਤਰਾ ਹੈ, ਤੇ ਫਿਰ ਗੋਲੀ ਚੱਲੀ ਕਿਉਂ? ਬਰਾੜ ਸਾਹਿਬ, ਗੌਰਵ ਜੀ, ਜੇ ਬੇਅਦਬੀ ਹੋਈ ਤਾਂ ਸਵਾਲ ਰਹੇਗਾ, ਉਹ ਤਾਂ ਅਕਾਲੀ ਦਲ ਨੇ ਸ਼ੁਰੂਆਤ ਉੱਥੋਂ ਕਰ ਲਈ। ਮੈਂ ਕਿਹਾ 1.5 ਸਾਲ ਗਿਆ ਸੀ, 13-14 ਮਹੀਨੇ ਅਸੀਂ ਨਸ਼ੇ ਦੇ ਮਜੀਠੀਆ ਸਾਹਿਬ ਜੇਲ੍ਹ 'ਚ ਬੈਠੇ ਆ, ਮਜੀਠੀਆ ਸਾਹਿਬ ਜੇਲ੍ਹ 'ਚ ਬੈਠੇ ਆ। ਆਪਾਂ ਡੀਰੇ ਨਾ ਹੋ ਜਾਏ, ਸੁਖਰਾਜ ਜੀ ਮੈਂ ਤੁਹਾਡੇ ਕੋਲ ਆ ਰਿਹਾ, ਡੀਰੇ ਨਾ ਹੋ ਜਾਏ। ਨਹੀਂ ਰੂਬੀ ਗਿੱਲ ਜੀ, ਮੇਰਾ ਦੇਖੋ ਲੋਕਾਂ ਦਾ ਇਹ ਵੀ ਸਵਾਲ ਹੋਏਗਾ ਨਾ ਕਿ ਤੁਸੀਂ 4.5 ਮਹੀਨੇ ਤੇ ਸਵਾਲ ਚੁੱਕ ਰਹੇ ਹੋ। ਇਨਸਾਫ ਦੀ ਗੱਲ ਆ, ਅੱਜ ਉਹਦੀ ਕਰ ਲਓ। ਮੈਂ ਕਿਹਾ ਮਰੇ ਰੂਬੀ ਜੀ ਇੱਕ ਸੈਕਿੰਡ, ਰੂਬੀ ਤੁਸੀਂ 4.5 ਮਹੀਨੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕ ਰਹੇ ਹੋ। ਜੀ ਤੁਸੀਂ 13-14 ਮਹੀਨੇ ਉਸ ਘਟਨਾਕ੍ਰਮ ਤੋਂ ਬਾਅਦ ਅਕਾਲੀ ਦਲ ਦਾ ਟਾਈਮ ਸੀ, ਅਕਾਲੀ ਦਲ ਬੀਜੇਪੀ ਸਰਕਾਰ ਦਾ, ਉਸ ਦੇ ਉੱਤੇ ਸਵਾਲ ਚੁੱਕ ਰਹੇ ਹੋ। 5 ਸਾਲ ਆਪਣੇ ਕਿਉਂ ਨਹੀਂ ਯਾਦ ਤੁਹਾਨੂੰ? ਮੈਂ ਉਹੀ ਗੌਰਵ ਜੀ ਮੈਨੂੰ ਕੰਪਲੀਟ ਕਰਨ ਦਿਓ। ਮੈਂ ਉਹੀ ਕਹਿਣਾ, ਚਾਹੇ
ਡੀਜੀਪੀ ਸੈਣੀ ਵਰਗਿਆਂ ਤੇ ਕਾਰਵਾਈ ਕਰਨ ਦੀ ਗੱਲ ਹੋਵੇ, ਚਲੋ ਠੀਕ ਆ, ਕਈਆਂ ਨੂੰ ਹਾਈ ਕੋਰਟ ਨੇ ਰਾਹਤ ਦੇਤੀ। ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਕਿੰਨੇ ਬਣਾਈ ਸੀ, ਚਲੋ ਹਾਈ ਕੋਰਟ ਦੇ ਵਿੱਚ ਅਸੀਂ ਲੜਾਈ ਨਹੀਂ ਲੜ ਸਕੇ, ਉਹਦੀ ਸਜ਼ਾ ਅਸੀਂ ਵੀ ਭੁਗਤੀ ਆ, ਪੰਜਾਬ ਦੇ ਲੋਕਾਂ ਨੇ ਸਾਨੂੰ ਸਜ਼ਾ ਦਿੱਤੀ। ਪਰ ਅੱਜ ਸਵਾਲ ਸਰਕਾਰ ਆ ਰਿਹਾ ਤੇ ਪੁੱਛਦਾ ਹੈ, ਤੇ ਉਹਨਾਂ ਤੇ ਪੁੱਛਦਾ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਸਭ ਕੁਝ ਹੋਇਆ, ਜਿਹੜੇ ਹਮੇਸ਼ਾ ਧਰਮ ਦੇ ਠੇਕੇਦਾਰ ਬਣਦੇ ਸੀ ਕਿ ਪੰਜਾਬ ਦੇ ਕਿਸ ਤਰੀਕੇ ਦੇ ਨਾਲ ਤੁਸੀਂ ਕੀਤਾ। ਆਦੋਂ ਦੀ ਇਹ ਕਿਉਂ ਨਾ ਜਾਈਏ, ਤੁਹਾਡੀ ਵਜ੍ਹਾ ਦੇ ਨਾਲ ਸਭ ਕੁਝ ਹੋਇਆ, ਜਦ ਵੀ ਹੋਈ ਕਿਉਂ ਜਵਾਬ ਦਿਓ। ਤੁਸੀਂ ਅਗਲੇ ਪੁਆਇੰਟ ਤੇ ਜਾਓ, ਧੀਰੇ ਨਾ ਹੋ ਜੇ ਮਸਲਾ ਹੋਰ ਪਾਸੇ ਚਲਾ ਜਾਂਦਾ ਹੈ, ਟਾਈਮ ਵੀ ਖਰਾਬ ਹੋਇਆ। ਪਰ ਰੂਬੀ ਗਿੱਲ ਜੀ ਦੇਖੋ, ਤੁਸੀਂ ਕੀ ਕਹਿ ਰਹੇ ਹੋ, ਕਾਰਵਾਈ ਹੋਈ ਹੈ ਕਿ 5 ਸਾਲ ਚ ਨਹੀਂ ਹੋਈ? ਜੇ ਹੋਈ ਹੈ ਤਾਂ ਦੱਸੋ ਕੀ ਹੋਈ ਹੈ। ਜੇ ਹੋਈ ਹੈ ਤਾਂ ਫਿਰ ਸੁਖਰਾਜ ਸਿੰਘ ਅੱਜ ਕਿਉਂ ਧਰਨਾ ਲਗਾ ਕੇ ਬੈਠੇ ਨੇ, ਅੱਜ ਕਿਉਂ ਮੋਰਚਾ ਲਗਾ ਕੇ ਬੈਠੇ ਨੇ? ਅੱਜ ਉਹ ਕਿਉਂ ਕਹਿ ਰਹੇ ਕਿ ਸਾਡੇ ਟੱਬਰ ਨੂੰ ਇਨਸਾਫ ਨਹੀਂ ਮਿਲਿਆ, ਸਿੱਖ ਸੰਗਤ ਨੂੰ ਇਨਸਾਫ ਨਹੀਂ ਮਿਲਿਆ? ਤੁਹਾਡੇ ਕੋਲ 5 ਸਾਲ ਸੀ ਨਾ ਸਰ। ਔਰ ਦੂਜੀ ਗੱਲ ਕਿ ਤੁਸੀਂ ਇਹ ਕਹਿ ਕੇ ਵੀ ਜਸਟੀਫਾਈ ਜਾਂ ਫਿਰ ਕਿਨਾਰਾ ਨਹੀਂ ਕਰ ਸਕਦੇ ਕਿ ਦੇਖੋ ਅਸੀਂ 5 ਸਾਲ ਚ ਇਹ ਕੀਤਾ ਤੇ ਇਸ ਕਰਕੇ ਲੋਕਾਂ ਨੇ ਸਾਨੂੰ ਇਹ ਫਤਵਾ ਸੁਣਾ ਦਿੱਤਾ, ਸਾਨੂੰ 18 ਸੀਟਾਂ ਰਹਿ ਗਈਆਂ। ਇਹ ਵੀ ਨਹੀਂ ਹੋ ਸਕਦਾ ਸਰ। ਗੌਰ ਸੁਣੋ, ਆਈਜੀ ਉਮਰਾ ਨੰਗਲ ਹੋਵੇ, ਚਾਹੇ ਉਸ ਸਮੇਂ ਦਾ ਐਸਐਸਪੀ ਚਰਨਜੀਤ ਸ਼ਰਮਾ ਹੋਵੇ, ਚਾਹੇ ਡੇਰਾ ਮੁਖੀ ਹੋਣ, ਚਾਹੇ ਹੋਰ ਪੁਲਿਸ ਅਫਸਰ ਜਿਹੜੇ ਇਨਵੋਲਵ ਸੀ ਇਸ ਕੇਸ ਦੇ ਵਿੱਚ, ਉਹ ਸਲਾਖਾਂ ਦੇ ਪਿੱਛੇ ਵੀ ਗਏ। ਅਸੀਂ ਮੰਨਦੇ ਆ ਇੰਸਟਰਕਸ਼ਨਾਂ ਦੇਣ ਵਾਲੇ ਪੋਲੀਟੀਕਲ ਵੱਡੇ ਮਗਰਮੱਛਾਂ ਤੱਕ ਅਸੀਂ ਨਹੀਂ ਪਹੁੰਚ ਸਕੇ, ਸਾਨੂੰ ਸਜ਼ਾ ਮਿਲੀ। ਪਰ ਹੁਣ ਅਰਵਿੰਦ ਕੇਜਰੀਵਾਲ ਕਰਕੇ ਦਿਖਾਏ। ਚਲੋ ਮੈਂ ਇੱਕ ਵਾਰੀ ਸੁਖਰਾਜ ਜੀ ਤੋਂ ਪੁੱਛਦਾ, ਸੁਖਰਾਜ ਜੀ 5 ਸਾਲ ਕਾਂਗਰਸ ਦੀ ਸਰਕਾਰ ਨੇ ਜੋ ਕੀਤਾ ਉਸ ਦੇ ਨਾਲ ਸੰਤੁਸ਼ਟ ਹੋ ਤੁਸੀਂ? ਉਹ ਸੈਟੀਸਫੈਕਟਰੀ ਸੀ ਉਸ ਦੇ ਵਿੱਚ? ਪਹਿਲੀ ਗੱਲ ਤਾਂ ਮੈਂ ਇੱਥੇ ਬਾਈ ਜਿਹੜੇ ਕਾਂਗਰਸ ਤੋਂ ਬਿਲੋਂਗ ਕਰਦੇ ਆ ਉਹਨਾਂ ਨੂੰ ਇੱਕੋ ਗੱਲ ਕਰਦਾ ਕਿ ਆਮ 302 ਦਾ ਕੇਸ ਹੋਵੇ, 302 ਦੇ ਵਿੱਚ ਬੰਦੇ ਨੂੰ ਜੇਲ੍ਹ 'ਚ ਜਾਣਾ ਪਵੇ ਤਾਂ 6 ਮਹੀਨੇ ਮੈਂ ਸਮਝਦਾ ਕਿ ਨੇੜੇ ਤੇੜੇ ਜ਼ਮਾਨਤ ਲਈ ਕਾਗਜ਼ ਨਹੀਂ ਪਹੁੰਚਣ ਦਿੰਦੇ। ਇਹਨਾਂ ਦੇ ਮਹੀਨੇ ਤੋਂ ਡੇਢ ਮਹੀਨੇ ਤੋਂ 302 ਦੇ ਵਿੱਚ ਉਮਰਾ ਨੰਗਲ ਵਰਗੇ ਦੀਆਂ, ਚਰਨਜੀਤ ਸ਼ਰਮਾ ਵਰਗੇ ਦੀਆਂ ਜ਼ਮਾਨਤਾਂ ਹੋ ਕੇ ਬਾਹਰ ਆਈਆਂ। ਤੁਹਾਡਾ ਉਤਲ ਨੰਦਾ ਐਡਵੋਕੇਟ ਜਨਰਲ ਕੀ ਗੁਣ ਖਿਲਾਉਂਦਾ ਰਿਹਾ? ਤੁਸੀਂ ਮੈਥੋਂ ਇਸ ਮਾਧਿਅਮ ਤੇ ਨਾ ਬੁਲਾਓ ਤਾਂ ਵਧੀਆ। ਮੈਂ ਚੰਗੀ ਤਰ੍ਹਾਂ ਇਹ ਗੱਲ ਨੂੰ ਜਾਣਦਾ ਬਾਈ, ਤੁਹਾਡੀਆਂ ਲੱਤਾਂ, ਤੁਸੀਂ ਇਹ ਗੱਲ ਮੰਨੋ ਵੀ ਭਾਰ ਨਹੀਂ ਚੱਲੀਆਂ, ਸੈਣੀ ਤੱਕ ਹੱਥ ਤੁਹਾਡਾ ਨਹੀਂ ਗਿਆ। ਭਗੌੜਾ ਕਰਾਰ ਤੱਕ ਦੇ ਪੋਸਟਰ ਲੱਗ ਗਏ, ਹਾਈ ਕੋਰਟ ਦੇ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ, ਚਾਹੇ ਕਿਸੇ ਵੀ ਕੇਸ ਦੇ ਵਿੱਚ ਦਿੱਤਾ ਗਿਆ, ਪਰ ਤੁਸੀਂ ਉਹਨੂੰ ਗ੍ਰਿਫਤਾਰ ਨਹੀਂ ਕਰ ਸਕੇ ਅੱਜ ਤੱਕ ਵੀ। ਰੂਬੀ ਗਿੱਲ ਜੀ ਜਵਾਬ ਦੇਣਾ ਚਾਹੋਗੇ? ਜੀ ਮੈਂ ਬਿਲਕੁਲ ਨਹੀਂ, ਦੇਖੋ ਸਵਾਲ ਤਾਂ ਹੈ, ਜੀ ਤੁਸੀਂ ਅਕਾਲੀ ਦਲ ਤੇ ਸਵਾਲ ਚੁੱਕ ਰਹੇ ਹੋ, ਤੁਹਾਡਾ ਹੱਕ ਹੈ। ਵਿਰੋਧੀ ਪਾਰਟੀਆਂ, ਤੁਸੀਂ ਆਮ ਆਦਮੀ ਪਾਰਟੀ ਤੇ ਸਵਾਲ ਚੁੱਕ ਰਹੇ ਹੋ, ਤੁਹਾਡਾ ਹੱਕ ਹੈ, ਪਰ ਜਵਾਬ ਦੇਣਾ ਫਰਜ਼ ਵੀ ਹੈ। 5 ਸਾਲ ਸੁਖਰਾਜ ਜੀ, ਜੇ ਅਸੀਂ ਕਾਰਵਾਈ ਕੀਤੀ, ਬਿਲਕੁਲ ਸਾਡੇ ਦਿਲ ਦੇ ਅੰਦਰ ਪੀੜ, ਅਸੀਂ ਵੀ ਸਿੱਖ ਪਰਿਵਾਰਾਂ ਤੋਂ ਬਿਲੋਂਗ ਕਰਦੇ ਹਾਂ ਕਿ ਇਹ ਨਹੀਂ ਹੋ ਸਕਿਆ, ਕਿਉਂਕਿ ਅਸੀਂ ਪਾਰਟੀ ਦੇ ਵਿੱਚ ਵੀ ਕੰਮ ਕਰ ਰਹੇ ਹਾਂ। ਠੀਕ ਆ, ਉਸ ਸਮੇਂ ਦੇ ਵਿੱਚ ਕੋਈ ਲੀਡਰਸ਼ਿਪ 'ਚ ਕਮਜ਼ੋਰੀਆਂ ਸੀ ਜਾਂ ਸਰਕਾਰ 'ਚ ਕਮਜ਼ੋਰੀਆਂ ਸੀ, ਸਾਨੂੰ ਦਾ ਨਤੀਜਾ ਮਿਲਿਆ। ਪਰ ਉਹਨਾਂ ਮਗਰਮੱਛਾਂ ਤੱਕ ਅਸੀਂ ਪਹੁੰਚੇ, ਉਹਨਾਂ ਅਫਸਰਾਂ ਤੇ ਕਾਰਵਾਈ ਕੀਤੀ। ਉਹ ਕੋਰਟ ਨੇ ਦੇਖਣਾ, ਚਾਹੇ ਕਿਸੇ ਨੂੰ 15 ਦਿਨਾਂ ਬਾਅਦ ਜ਼ਮਾਨਤ ਦੇਣੀ ਹੈ ਕਿ 2 ਸਾਲਾਂ ਬਾਅਦ ਦੇਣੀ ਹੈ। ਅਸੀਂ ਮੰਨਦੇ ਹਾਂ ਵੀ ਉੱਥੇ ਕਿਤੇ ਨਾ ਕਿਤੇ ਕੇਸ ਨੂੰ ਸਟਰੋਂਗ ਕਰਨ ਦੇ ਵਿੱਚ ਅਸੀਂ ਕਿਤੇ ਕਮੀਆਂ ਰਹੀਆਂ। ਪਰ ਅੱਜ ਹੋਰ ਸਵਾਲ ਪੁੱਛ ਲੈਣਾ, ਉਸ ਤੋਂ ਬਾਅਦ ਇਨਫੈਕਟ ਸਾਡੇ ਨਾਲ ਹਰਜਿੰਦਰ ਸਿੰਘ ਮਾਝੀ ਜੁੜ ਚੁੱਕੇ ਨੇ, ਸਿੱਖ ਪ੍ਰਚਾਰਕ ਨੇ। ਮੈਂ ਉਹਨਾਂ ਦਾ ਰੁਖ ਕਰਾਂਗਾ। ਤੁਹਾਨੂੰ ਲੱਗਦਾ ਫਿਰ ਜੇ ਤੁਸੀਂ 5 ਸਾਲ ਦੇ ਵਿੱਚ ਕਹਿ ਰਹੇ ਹੋ ਕਿ ਕਮੀਆਂ ਰਹਿ ਗਈਆਂ, ਤਾਂ ਜਿਹੜੀ ਸਰਕਾਰ ਨੂੰ 4 ਮਹੀਨੇ ਹੋਏ ਨੇ ਬੜੇ ਨੂੰ, ਉਹਨਾਂ ਦੇ ਉੱਤੇ ਸਵਾਲ ਚੁੱਕਣੇ ਜਾਇਜ਼ ਨੇ? ਮੈਂ ਕਿਹਾ ਕਿਉਂ ਨਹੀਂ, ਬਿਲਕੁਲ ਜਾਇਜ਼ ਹੈ। ਜਿਹੜੇ 24 ਘੰਟਿਆਂ ਦੀ ਗੱਲ ਕਰਦੇ ਸੀਗੇ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇਤੀਆਂ, ਹੁਣ ਤਾਂ ਸਰਕਾਰ ਇਹਨਾਂ ਦੀ ਫ੍ਰੀ ਹੈਂਡ ਕਰਕੇ ਦਿਖਾਉਣ, ਕਰਦੇ ਕਿਉਂ ਨਹੀਂ ਪਏ? ਵੈਲਿਡ ਪੁਆਇੰਟ ਹੈ ਤੁਹਾਡਾ, ਠੀਕ ਹੈ ਕਿ ਸਰਕਾਰ ਦੇ ਉੱਤੇ ਤਾਂ ਸਵਾਲ, ਜੇਕਰ ਕਿਸੇ ਨੇ ਵਾਅਦਾ ਕੀਤਾ 24 ਘੰਟੇ ਦਾ, 48 ਘੰਟੇ ਦਾ, ਮਹੀਨੇ 2 ਮਹੀਨੇ ਦਾ, ਤਾਂ ਫਿਰ ਉਹਨਾਂ ਦੇ ਉੱਤੇ ਸਵਾਲ ਤਾਂ ਲਾਜ਼ਮੀ ਤੌਰ ਤੇ ਹੋਣਗੇ। ਇਨਫੈਕਟ ਜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇੱਥੇ ਹੁੰਦੇ ਤਾਂ ਉਹ ਜ਼ਰੂਰ ਉਹਨਾਂ ਤੋਂ ਵੀ ਆਪਾਂ ਇਸ ਗੱਲ ਦਾ ਜ਼ਰੂਰ ਜਵਾਬ ਲੈਂਦੇ। ਮੈਂ ਮਾਝੀ ਦਾ ਰੁਖ ਕਰਦਾ, ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ ਹਰਜਿੰਦਰ ਸਿੰਘ ਮਾਝੀ ਤੁਹਾਡੇ ਤੱਕ? ਜਿਹੜੀ ਮੌਲਤ ਨਹੀਂ ਦਿੱਤੀ ਗਈ, ਜਿਹੜੀ ਮੋਰਚੇ ਦੇ ਵੱਲੋਂ ਇਹ ਕਿਹਾ ਗਿਆ ਕਿ ਸਰਕਾਰ ਨੂੰ ਹੋਰ ਮੌਲਤ ਨਹੀਂ ਤੇ ਅਸੀਂ ਅੱਗੇ ਦੀ ਰਣਨੀਤੀ ਸੰਗਤ ਨਾਲ ਡਿਸਕਸ ਕਰਕੇ 31 ਤਰੀਕ ਨੂੰ ਇਕੱਠ ਕਰਕੇ ਕਰਾਂਗੇ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਇਹ 100% ਠੀਕ ਫੈਸਲਾ ਹੈਗਾ ਮੋਰਚੇ ਦੇ ਸਨਮਾਨਯੋਗ ਆਗੂ ਸਾਹਿਬਾਨ ਦਾ, ਕਿਉਂਕਿ ਪਹਿਲਾਂ ਆਪ ਦੇ ਜਿਹੜੇ ਬੰਦੇ ਆਉਂਦੇ ਰਹੇ ਉੱਥੇ ਵਕੀਲ, ਬੜੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਸਾਡੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਕੋਲ ਸਿਰਫ ਜੂਨੀਅਰ ਵਕੀਲ ਭੇਜੇ ਜਾਂਦੇ ਰਹੇ ਲਗਾਤਾਰ ਜੀ। ਔਰ ਇਸ ਵਾਰ ਸਰਕਾਰ ਦੇ ਨੁਮਾਇੰਦੇ ਪਹੁੰਚੇ ਆ, ਕੈਬਨਿਟ ਮਿਨਿਸਟਰ, ਤਾਂ ਪਹਿਲਾਂ 24 ਘੰਟਿਆਂ ਦੀ ਗੱਲ ਹੋਈ ਸੀ ਚੋਣਾਂ ਤੋਂ ਪਹਿਲਾਂ, ਫਿਰ 3 ਮਹੀਨੇ ਦਿਓ, ਹੁਣ ਕਹਿੰਦੇ 6 ਮਹੀਨੇ ਦਿਓ। ਜਿਵੇਂ ਬਾਦਲ ਕਿਆਂ ਨੇ ਨਲਾਇਕੀ ਕੀਤੀ, ਕਾਂਗਰਸ ਨੇ ਨਲਾਇਕੀ ਕੀਤੀ, ਉਸੇ ਲੀਹਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਆ ਜਿਹੜੇ ਸਾਡੇ ਭਰਾ ਭਾਵੇਂ ਬਾਦਲ ਕਿਆਂ ਨੂੰ ਜਾਂ ਕਾਂਗਰਸੀਆਂ ਨੂੰ, ਥੋੜੀ ਜੀ ਭਾਸ਼ਾ ਠੀਕ ਰੱਖ, ਆਪਣੀ ਭਾਸ਼ਾ ਠੀਕ ਰੱਖ ਮੇਰਾ ਵੀਰ, ਐ ਨਹੀਂ ਬੋਲੀਦਾਗਾ।
ਤੁਸੀਂ ਬਰਾੜ ਸਾਹਿਬ ਆਪਾਂ ਵੱਖਰੇ ਬਹਿ ਜਾਾਂਗੇ, ਭਾਸ਼ਾ ਵੀ ਆਪਾਂ ਦੇਖ ਲਾਂਗੇ ਕੌਣ ਮੇਰੀ ਠੀਕ ਇਹ ਕਰਦਾ, ਬੇਨਤੀ ਕੌਣ ਹੈ, ਗਲਤ ਕਿਰਪਾ ਕਰਕੇ ਭਾਸ਼ਾ ਜਿਹੜੀ ਹੈ ਸਾਰੇ ਹੀ ਆਪਾਂ ਸਨਮਾਨਯੋਗ ਵਰਤੀਏ ਤਾਂ ਚੰਗੀ ਗੱਲ ਹੈ। ਵਾਜੀ ਕੰਪਲੀਟ ਕਰ ਨਲਾਇਕੀ ਲਓ। ਤਾਂ ਨਲਾਇਕੀ ਹੋਇਆ ਸਰ, ਜਿਹੜੀ ਨਲਾਇਕੀ ਸ਼ਬਦ ਮੈਨੂੰ ਕੀਤੀ- ਮਨਜ਼ੂਰ ਹੈ, ਪਰ ਜਿਹੜੇ ਬਾਕੀ ਦੇ ਬੋਲਦੇ ਹੋ ਜਿਸ ਤਰ੍ਹਾਂ ਕਿਤੇ ਨਾਲ ਪੜ੍ਹਦੇ ਰਹੇ ਹੁੰਦੇ ਹੋ ਉਹ ਭੈੜਾ ਲੱਗਦਾ। ਕਿਰਪਾ ਕਰਕੇ ਥੋੜਾ ਜਿਹਾ ਆਪਾਂ ਠੀਕ ਹੈ, ਮਰਜ਼ਾਦਾ ਚ ਰਹੀਏ। ਠੀਕ ਹੈ ਮਾਜੀ ਕੰਪਲੀਟ ਕਰ ਲਓ ਪਲੀਜ਼। ਹਾਂਜੀ, ਮੈਂ ਇਹੀ ਬੇਨਤੀ ਕਰ ਰਿਹਾ ਕਿ ਜਿਹੜੀ ਬਹੁਤ ਵੱਡੀ ਨਲਾਇਕੀ ਸੀਗੀ ਪਿਛਲੀਆਂ ਸਰਕਾਰਾਂ ਦੀ, ਉਸੇ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਸਿਰਫ ਟਾਈਮ ਪਾਸ ਕਰ ਰਹੀ ਹੈ, ਇਸ ਕਰਕੇ ਸਿੱਖਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਿਰਾਸ਼ਤਾ ਹੈਗੀ ਹੈ ਜੀ। ਤਾਂ ਸਾਨੂੰ ਕੋਈ ਯਕੀਨ ਨਹੀਂ ਹੈ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉੱਪਰ, ਇਸ ਕਰਕੇ ਜਿਹੜਾ ਸਮਾਂ ਹੋਰ ਨਹੀਂ ਦਿੱਤਾ ਜਾ ਸਕਦਾ ਜੀ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਸਮਾਂ ਹੋਰ ਨਹੀਂ ਦਿੱਤਾ ਜਾ ਸਕਦਾ। ਬਰਾੜ ਸਾਹਿਬ, ਮੈਂ ਇੱਕ ਰਿਐਕਸ਼ਨ ਤੁਹਾਡਾ ਚਾਹਾਂਗਾ। 4 ਮਹੀਨੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਸਫੀਸ਼ੀਐਂਟ ਸਮਾਂ ਹੈ ਸਰਕਾਰ ਦੇ ਕੋਲ ਜਾਂ ਸੀ? ਦੇਖੋ ਮੇਰੀ ਕਿਉਂਕਿ ਤੁਸੀਂ 12 ਮਹੀਨੇ ਦਾ ਲਗਾਤਾਰ 14 ਮਹੀਨੇ ਦਾ ਲਗਾਤਾਰ ਜ਼ਿਕਰ ਕਰ ਰਹੇ ਹੋ ਕਿ 14 ਮਹੀਨੇ ਸਾਡੇ ਕੋਲ ਸੀ। ਮੈਂ ਇੱਕ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਦੇ ਕਾਂਗਰਸ ਦੇ ਬੁਲਾਰੇ ਨੇ ਕਿਹਾ ਹੈ ਕਿ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਇਹ ਤਾਂ ਚੁਟਕੀ ਦਾ ਹੀ ਕੰਮ ਹੈ ਤੇ ਹਫ਼ਤੇ 10 ਦਿਨ ਦਾ ਹੀ ਕੰਮ ਹੈ, ਉਹਦੇ ਮੁਤਾਬਕ ਤਾਂ ਸਵਾਲ ਬਣਦੇ ਆ। ਪਰ ਦੂਜੇ ਪਾਸੇ ਮੈਂ ਇਹ ਕਹਾਂ ਕਿ ਚਲੋ ਅਦਾਲਤਾਂ ਦੇ ਕੰਮ ਵਿੱਚ ਕਈ ਵਾਰੀ ਦੇਰੀ ਲੱਗ ਜਾਂਦੀ ਹੈ, ਪਰ ਅਦਾਲਤ ਨੇ ਜਿਸ ਦਿਨ ਸਾਰਿਆਂ ਦੀਆਂ ਪਟੀਸ਼ਨਾਂ ਰੱਦ ਕਰਕੇ ਕਿਹਾ ਕਿ ਜਾ ਕੇ ਸੁਣਵਾਈ ਕਰਾਓ, ਜਾ ਕੇ ਸੁਣਵਾਈ ਕਰਾਓ ਫਰੀਦਕੋਟ ਦੇ ਵਿੱਚ ਜਿਹੜੀ ਹੈਗੀ ਆ ਸੁਣਵਾਈ ਸ਼ੁਰੂ ਹੋਵੇ, ਤੇ ਜਿਹੜੀ ਸਰਦਾਰ ਨੌ ਨਿਹਾਲ ਸਿੰਘ ਜੀ ਜਿਹੜੇ ਏਡੀਜੀਪੀ ਸਾਹਿਬ ਜਾਂ ਯਾਦਵ ਸਾਹਿਬ ਏਡੀਜੀਪੀ ਸਾਹਿਬ ਦੀ ਦੇਖ ਰੇਖ ਹੇਠ 2 ਸਿੱਟਾਂ ਬਣੀਆਂ, ਇੱਕ ਬਹਿਬਲ ਦੀ ਤੇ ਇੱਕ ਕੋਟਕਪੂਰਾ ਦੀ, ਉਹਨਾਂ ਨੇ ਕਿਹਾ ਕਿ ਦੋਨੋਂ ਇਕੱਠੀਆਂ ਕੰਮ ਕਰਨਗੀਆਂ। ਇਸ ਆਰਡਰ ਦੇ ਖਿਲਾਫ ਸਰਕਾਰ ਖੁਦ ਹੀ ਜਾ ਕੇ ਫਿਰ ਹਾਈ ਕੋਰਟ ਖੜ ਗਈ ਕਿ ਸਾਨੂੰ ਇਹਦੇ 'ਚ ਕਲੈਰੀਫਿਕੇਸ਼ਨ ਦਿੱਤੀ ਜਾਵੇ। ਹੁਣ ਜਾਂ ਤਾਂ ਜਿਹੜੇ ਐਡੇ ਐਡਵੋਕੇਟ ਜਨਰਲ ਰੱਖੇ ਆ, ਜਿਹੜੇ ਦੂਜੀਆਂ ਸਰਕਾਰਾਂ ਦੇ ਐਡਵੋਕੇਟ ਨੂੰ ਗਾਲਾਂ ਕੱਢਦੇ ਸੀ, ਜਿਹੜੇ ਕਹਿੰਦੇ ਸੀ ਦੂਜਿਆਂ ਨੇ ਤਾਂ ਅਨਪੜ੍ਹ ਰੱਖੇ ਸੀ, ਦਿੱਲੀੋਂ ਕਿਉਂ ਲਿਆਉਂਦੇ ਸੀ, ਅੱਜ ਉਹਨਾਂ ਨੂੰ ਕੀ ਹਾਈ ਕੋਰਟ ਦਾ ਹੁਕਮ ਸਮਝ ਨਹੀਂ ਆਇਆ? ਕਿਉਂ ਦੁਬਾਰਾ ਕਲੈਰੀਫਿਕੇਸ਼ਨ ਲਈ ਜਾਣਾ ਪਿਆ? ਫਿਰ ਉਹ ਡਿਲੇ ਟੈਕਟਿਕਸ ਆਪਦੀ ਆਪ ਹੀ ਵਰਤੀ ਜਾਂਦੇ ਆ। ਇਸ ਕਰਕੇ ਮੈਂ ਬੇਨਤੀ ਕਰਾਂ ਕਿ ਜਿੰਨਾ ਪਰਿਵਾਰਾਂ ਨੇ ਪੀੜਤ ਨੇ, ਜਿੰਨੇ ਪਰਿਵਾਰ ਪੀੜਤ ਨੇ, ਜਿਨ੍ਹਾਂ ਦੇ ਜੀ ਚਲੇ ਗਏ ਆ, ਮੈਨੂੰ ਬਹੁਤ ਵੱਡੀ ਹਮਦਰਦੀ ਹੈ। ਉਦੋਂ ਜ਼ਿਆਦਾ ਪੀੜਤ ਅਸੀਂ ਹੈਗੇ ਆ, ਕਿਉਂਕਿ ਹਰ ਰੋਜ਼ ਬਿਠਾ ਕੇ ਜਿਹੜਾ ਇੱਕ 36-30 ਸਾਲ ਦਾ ਮੁੰਡਾ ਹੈ, ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ 95 ਸਾਲ ਦੇ ਨੂੰ ਕਿਸ ਤਰ੍ਹਾਂ ਬੋਲਦਾ, ਉਦੋਂ ਸਾਨੂੰ ਪਤਾ ਕਿ ਸਾਡੇ ਦਿਲ ਤੇ ਕੀ ਗੁਜ਼ਰਦੀ ਹੈ। ਸਾਡੇ ਤੋਂ ਕਿਤੇ ਨਾ ਕਿਤੇ ਜਾਂਚ ਡਿਲੇ ਹੋਈ ਹੋ ਸਕਦੀ ਹੈ, ਕੋਈ ਕਮੀ ਪੇਸ਼ੀ ਕਿਸੇ ਅਫਸਰ ਦੇ ਲੈਵਲ ਤੇ ਕਿਸੇ ਲੈਵਲ ਤੇ ਵੀ ਰਹੀ ਹੋ ਸਕਦੀ ਹੈ, ਪਰ ਘੱਟੋ ਘੱਟ ਇਹ ਤਾਂ ਸਾਰੇ ਸਾਨੂੰ ਹੀ ਅਕਿਊਜ਼ਡ ਬਣਾ ਕੇ ਪੇਸ਼ ਕਰਦੇ ਰਹੇ ਆ। ਜਿਹੜੀ ਸੀਗੀ ਤੁਹਾਡੀ ਬੇਅਦਬੀ ਵਾਲਾ, ਕਿਵੇਂ ਸਾਰਿਆਂ ਨੇ ਨਾਮ ਲੈ ਕੇ ਲਿਖਦੇ ਸੀਗੇ, ਪਰ ਚਲੋ ਖਰੋ ਇਹ ਕਾਨੂੰਨੀ ਨਿਕਤੇ ਆ। ਮੇਰੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ, ਸਰਕਾਰ ਦੇ ਨੁਮਾਇੰਦਿਆਂ ਨੂੰ ਔਰ ਬਾਕੀ ਪਾਰਟੀਆਂ ਨੂੰ ਵੀ, ਜਿਹੜੇ ਵੀ ਦੋਸ਼ੀ ਆ ਬਚਣੇ ਨਹੀਂ ਚਾਹੀਦੇ। ਸਾਡਾ ਟੀਚਾ ਇੱਕ ਹੋਣਾ ਚਾਹੀਦਾ, ਸਿਆਸਤ ਨਹੀਂ ਕਰਨੀ ਚਾਹੀਦੀ। ਠੀਕ ਹੈ ਸੁਖਰਾਜ ਜੀ, ਅੱਛਾ ਜੀ, ਤੁਸੀਂ ਕੁਝ ਕਹਿਣਾ ਚਾਹਦੇ? ਸੁਖਰਾਜ ਜੀ, ਸਵਾਲ ਬੰਦਾ 2 ਰਾਜਨੀਤਿਕ ਲੋਕ ਆਪਣੇ ਚ ਬੈਠੇ ਆ। ਚਲੋ ਹਰਜਿੰਦਰ ਬਾਈ ਉਹ ਤਾਂ ਇੱਕ ਧਾਰਮਿਕ ਪੱਖ ਤੋਂ ਆ, ਤੀਸਰੇ ਆਪਾਂ ਨੂੰ ਸੁਣਦੇ ਹੋਣਗੇ, ਉਹ ਵਿੱਚ ਨਹੀਂ ਆ। ਸੋ ਮੇਰਾ ਤਿੰਨਾਂ ਹੀ ਰਾਜਨੀਤਿਕ ਪਾਰਟੀਆਂ ਨੂੰ ਜਾਂ ਜਿਹੜੀ ਚੌਥੀ ਭਾਜਪਾ ਪੰਜਾਬ ਦੇ ਵਿੱਚ ਅਲੱਗ ਆ, ਉਹਨਾਂ ਨੂੰ ਵੀ ਇਹੀ ਸਵਾਲ ਆ, ਤੁਹਾਡੇ ਹੱਥ ਵੱਸ ਵਾਕਿਆ ਹੀ ਕੁਝ ਹੁੰਦਾ ਹੈ? ਤੁਸੀਂ ਵੋਟਾਂ ਲੈਣ ਵੇਰੀ ਕਹਿੰਦੇ ਹੋ ਅਸੀਂ ਮਹੀਨੇ 'ਚ ਕੁਝ ਕਰ ਦਿਆਂਗੇ, ਅਸੀਂ 2 'ਚ ਕਰ ਦਿਆਂਗੇ, ਕੋਈ ਸਹੁੰ ਖਾਂਦਾ ਹੈ, ਕੋਈ 24 ਘੰਟੇ ਕਹਿੰਦਾ ਹੈ, ਤੇ ਜਦੋਂ ਤੁਹਾਨੂੰ ਕਿਤੇ ਗੱਲ ਕਰਨ ਲਈ ਸੱਦਿਆ ਜਾਂਦਾ ਜਾਂ ਤੁਹਾਡੇ ਨਾਲ ਗੱਲ ਹੁੰਦੀ, ਉਦੋਂ ਤੁਸੀਂ ਕਹਿੰਦੇ ਫਲਾਨੀ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕੀਤੀ, ਫਲਾਨੀ ਦੇ ਵਿੱਚ ਇਹ ਕੀਤਾ, ਉੱਥੋਂ ਮੂਵ ਕਰਕੇ ਨਹੀਂ ਹੋਇਆ, ਸਾਡੀ ਖਾਰਜ ਹੋ ਗਈ ਆ। ਨਹੀਂ ਸੁਖਰਾਜ ਜੀ, ਲੋਕ ਇਹ ਜਾਣਨਾ ਚਾਹੁੰਦੇ ਆ ਕਿ ਤੁਹਾਨੂੰ ਆ ਕੇ ਸਰਕਾਰ ਦੇ ਨੁਮਾਇੰਦੇ, ਤੁਹਾਡੇ ਕੋਲ ਤਾਂ ਕੈਬਨਿਟ ਮਿਨਿਸਟਰ ਪਹੁੰਚੇ ਹੋਏ ਸੀ, ਉਹ ਕੀ ਦੱਸ ਕੇ ਗਏ ਨੇ ਕਿ ਜਾਂਚ ਕਿੱਥੇ ਪਹੁੰਚੀ ਹੈ, ਕਿਹੜੇ ਵਾਲੇ ਪਾਸੇ ਨੂੰ ਵੱਧ ਰਹੀ ਹੈ? ਇਹ ਵੀ ਕਿਤੇ ਨਾ ਕਿਤੇ ਰਾਜਨੀਤਿਕ ਪੱਖ ਵਾਲੇ ਦੋਨੇ ਬੈਠੇ ਆ, ਉਹਨਾਂ ਤੋਂ ਜਵਾਬ ਮਿਲ ਜਾਣਾ ਆਪਾਂ ਨੂੰ ਉਹੀ ਚੀਜ਼ ਦਾ। ਜੇ ਤੁਹਾਡੇ ਹੱਥ ਵੱਸ ਵੋਟਾਂ ਲੈਣ ਤੋਂ ਬਾਅਦ ਵੀ ਕੁਝ ਨਹੀਂ ਹੁੰਦਾ, ਤੁਸੀਂ ਵੋਟਾਂ ਲੈਣ ਤੋਂ ਪਹਿਲਾਂ ਲੋਕਾਂ ਨੂੰ ਝੂਠੇ ਲਾਰੇ ਕਿਉਂ ਲਾਉਂਦੇ ਹੋ? ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕਿਉਂ ਕਰਦੇ ਹੋ? ਵੋਟਾਂ ਕਿਉਂ ਮੰਗਦੇ ਹੋ? ਇਹ ਗੱਲਾਂ ਤੇ ਕਿ ਅਸੀਂ ਇਸ ਇਸ਼ੂ ਦਾ ਹੱਲ ਕਰ ਦਿਆਂਗੇ। ਜਿਵੇਂ ਹੁਣ ਆਮ ਆਦਮੀ ਪਾਰਟੀ ਨੇ 24 ਘੰਟੇ ਕਹਿ ਕੇ ਕਿਹਾ ਸੀ, ਅੱਜ ਉਹਨਾਂ ਨੂੰ ਉਹਨਾਂ ਦੇ ਅਧਿਕਾਰੀ ਵੱਲੋਂ ਕੀਤੀ ਹੋਈ ਜਾਂਚ ਹੀ ਨਹੀਂ ਮੇਰੇ ਹਿਸਾਬ ਨਾਲ ਚੱਲ ਰਹੀ ਉਹਨਾਂ ਕੋਲੋਂ। ਉਹਨਾਂ ਕੋਲੇ ਅਧਿਕਾਰੀ ਆ, ਵਿਧਾਇਕ ਉਹਨਾਂ ਕੋਲੇ ਆ, ਕੰਵਰ ਵਿਜੇ ਪ੍ਰਤਾਪ ਹੋਣੀ, ਉਹ ਆਪਣੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖ ਰਹੇ ਆ। ਪਹਿਲੇ ਦਿਨ ਸਹੁੰ ਚੱਕਣ ਤੋਂ ਪਹਿਲਾਂ ਲਿਖਿਆ ਕਿ ਬਹਿਬਲ ਕਲਾਂ ਗੋਲੀਕਾਂਡ ਦਾ ਹੱਲ ਕਰੋ, ਫੇਰ ਲਿਖਿਆ ਵਿਧਾਨ ਸਭਾ 'ਚ ਬੋਲਣ ਨੂੰ ਕਹਿਤਾ ਉਹਨਾਂ ਨੇ, ਉਹ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਸੋ ਇਹਨਾਂ ਦੇ ਹੱਥ ਵੱਸ ਮੈਂ ਪੁੱਛਣਾ ਚਾਹੁੰਦਾ, ਰਾਜਨੀਤਿਕ ਲੋਕਾਂ ਦੇ ਪਾਵਰ ਹੁੰਦੀ ਆ ਕਿ ਜਾ ਕੇ ਕੋਰਟ ਦੇ ਵਿੱਚ ਖੜ ਸਕਣ? ਠੀਕ ਹੈ ਰੂਪੀ ਗਿੱਲ ਜੀ, ਇਹ ਤੁਹਾਨੂੰ ਸਿੱਧਾ ਸਵਾਲ ਹੈ। ਬੇਸਿਕਲੀ ਇਸ ਕਰਕੇ ਸਵਾਲ ਤੁਹਾਨੂੰ ਜ਼ਿਆਦਾ ਹੈ ਕਿ 3 ਸਰਕਾਰਾਂ ਬਦਲੀਆਂ, ਇੱਕ ਅਕਾਲੀ ਦਲ ਬੀਜੇਪੀ ਦੀ ਸੀ, ਫਿਰ ਕਾਂਗਰਸ ਬਣੀ, ਉਸ ਤੋਂ ਬਾਅਦ ਆਮ ਆਦਮੀ ਪਾਰਟੀ, ਔਰ ਸਭ ਤੋਂ ਵੱਧ ਸਮਾਂ ਜੇਕਰ ਇਸ 7 ਸਾਲ ਦੇ ਵਿੱਚ ਰਿਹਾ ਉਹ ਤੁਹਾਡੇ ਕੋਲ ਰਿਹਾ ਕਾਂਗਰਸ ਦੀ ਸਰਕਾਰ ਕੋਲ।
ਗੌਰਵ ਜੀ ਜਦੋਂ ਸਾਨੂੰ ਕੋਈ ਬਿਮਾਰੀ ਵੀ ਹੋ ਜਾਂਦੀ ਹੈ ਨਾ, ਅਸੀਂ ਡਾਕਟਰ ਕੋਲ ਜਾਂਦੇ ਆ ਤੇ ਉਹ ਵੀ ਕਹਿੰਦਾ ਵੀ ਸ਼ੁਰੂਆਤ ਕਿੱਥੋਂ ਹੋਈ, ਲੱਛਣ ਕੀ ਸੀਗੇ। ਜਿੰਨੀਆਂ SIT ਬਣੀਆਂ, ਜਿੰਨੀਆਂ ਸਰਕਾਰਾਂ ਬਣੀਆਂ, ਘੁੰਮ ਘਮਾ ਕੇ ਗੱਲ ਜਾਂਦੀ ਹੈ ਡੇਰੇ ਤੇ, ਡੇਰੇ ਮੁਖੀ ਤੇ। ਠੀਕ ਹੈ ਜੀ। ਅੱਜ ਪੰਜਾਬ ਦੇ ਲੋਕ, ਸਵਾਲ ਕਿਉਂ ਨਹੀਂ ਬਣਦਾ? ਸਵਾਲ ਬਿਲਕੁਲ ਬਣਦਾ, ਕਿਉਂ ਹਾਲਾਤ ਕਿਉਂ ਬਣੇ? ਡੇਰਾ ਮੁਖੀ ਨੂੰ ਮਾਫੀ ਕਿਉਂ ਦਿੱਤੀ ਗਈ? ਕਿਉਂ ਉਹਦੀਆਂ ਫਿਲਮਾਂ ਚਲਾਈਆਂ ਗਈਆਂ? ਕਿਉਂ ਉਸੇ ਵੇਲੇ ਤੁਰੰਤ ਕਾਰਵਾਈ ਨਹੀਂ ਕੀਤੀ ਗਈ? ਕਿਉਂਕਿ ਤੁਸੀਂ ਹਮੇਸ਼ਾ, ਤੁਹਾਨੂੰ ਪੰਜਾਬ ਦੇ, ਅਸੀਂ ਤਾਂ ਬਾਹਰਲੇ ਕਹਿ ਦਿੰਦੇ ਚਲੋ ਨੈਸ਼ਨਲ ਪਾਰਟੀ ਆ ਜੀ, ਫਲਾਣਾ ਜੀ, ਸਾਡੇ ਤੇ ਤਾਂ ਸਾਨੂੰ ਤਾਂ ਤੁਸੀਂ ਬਹੁਤ ਕੁਝ ਕਹਿ ਦਿੰਦੇ ਹੋ, ਪਰ ਤੁਸੀਂ ਤਾਂ ਪੰਜਾਬ ਦੇ ਲੋਕਾਂ ਦੇ ਹਮੇਸ਼ਾ ਤੁਸੀਂ ਭਰੋਸਾ ਦੀ ਗੱਲ ਕਰਦੇ ਸੀਗੇ। ਉਦੋਂ ਕਿਉਂ ਨਹੀਂ ਕਾਰਵਾਈ ਹੋ ਸਕੀ? ਕਿ ਉਦੋਂ ਉਹਨੂੰ ਮਾਫੀ ਦੇਣਾ ਜ਼ਰੂਰੀ ਸੀ? ਕਿ ਉਹਦੇ ਤੋਂ ਵੋਟਾਂ ਲੈਣੀਆਂ ਜ਼ਰੂਰੀ ਸੀ? ਹਰ ਵਾਰ 17 ਹੋਵੇ, 12 ਹੋਵੇ, 7 ਹੋਵੇ, ਪਰ ਮੈਂ ਜਵਾਬ ਬਰਾੜ ਸਾਹਿਬ ਤੋਂ ਜ਼ਰੂਰ ਲਵਾਂਗਾ। ਮੈਂ ਦੇ ਹੀ ਦਿੰਦਾ ਜੀ, ਇਹ ਉਹਨਾਂ 'ਚ ਟਿਕਦੇ ਨਹੀਂਗੇ। ਪਹਿਲੀ ਗੱਲ ਤਾਂ ਬਦਕਿਸਮਤੀ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਢਾਉਣ ਵਾਲੀ ਪਾਰਟੀ ਇਹ ਬੇਅਦਬੀ ਤੇ ਗੋਲੀकांड ਦੀਆਂ ਗੱਲਾਂ ਕਰਦੀ ਹੈ। ਇੱਕ ਗੱਲ, ਡੇਰੇ ਸੌਦਾ ਸਾਧ ਨੇ 2007 ਦੇ ਵਿੱਚ ਅਨਾਉਂਸ ਕਰਕੇ ਕਾਂਗਰਸ ਪਾਰਟੀ ਦੀ ਮਦਦ ਕੀਤੀ, ਅਨਾਉਂਸ ਕਰਕੇ। ਹਾਲਾਂਕਿ 2007 ਦੇ ਵਿੱਚ ਹੁਕਮਨਾਮਾ ਲਾਗੂ ਸੀਗਾ। ਇੱਕ ਮਿੰਟ, ਹੁਣ ਪੂਰੀ ਗੱਲ ਮੈਨੂੰ ਕਰ ਲੈਣ ਦਿਓ। ਡੇਰਾ ਛੇੜਿਆ, ਆਪਾਂ ਡੇਰੇ ਦੀ ਗੱਲ ਹੀ ਕਰਨੀ ਹੈ। ਮੈਨੂੰ ਤੁਹਾਡੇ ਵਾਲੀ ਆਦਤ ਨਹੀਂ ਜੀ। 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਸ ਹੁਕਮਨਾਮੇ ਦੇ ਹੁੰਦਿਆਂ ਜਹਾਜ਼ ਤਾਰ ਕੇ ਤੇ ਜਿਹੜਾ ਸੀਗਾ ਡੇਰੇ ਦੇ ਵਿੱਚ ਗਏ ਆ ਤੇ ਫਿਰ ਕਾਂਗਰਸ ਦੀ ਮਦਦ ਕੀਤੀ ਹੈ। 2017 ਦੇ ਵਿੱਚ ਫਿਰ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਮਦਦ ਕਰ ਗਈ ਹੈ, ਉਲਟਾ ਚੁੱਪ ਚਪੀਤੇ ਡੇਰੇ ਵਾਲੇ। ਜੇ ਇਹ ਡੇਰੇ ਵਾਲਿਆਂ ਨੇ ਕਿਤੇ ਸਾਡੀ ਮਦਦ ਕੀਤੀ ਹੋਵੇ ਤੇ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ ਤਿੰਨੇ ਇਲੈਕਸ਼ਨਾਂ ਦਾ ਪਿਛਲਾ ਪੁਰਾਣਾ ਰਿਜ਼ਲਟ ਕੱਢ ਕੇ ਦੇਖ ਲਓ, ਜਿੱਥੇ ਸਭ ਤੋਂ ਵੱਧ ਡੇਰੇ ਵਾਲੇ ਪ੍ਰਭਾਵਿਤ ਹੈਗੇ ਆ। ਇਸ ਕਰਕੇ ਮੈਂ ਬੇਨਤੀ ਇਸ ਗੱਲ ਦੀ ਕਰਾਂ ਕਿ ਉਸ ਪਾਸੇ ਨੂੰ ਗੱਲ ਲਿਜਾਇਆ ਜਾਂਦਾ ਹੈ। ਤੇ 5 ਸਾਲ ਤੁਹਾਨੂੰ ਕਿਹਨੇ ਰੋਕਿਆ ਸੀਗਾ ਕਿ ਸੌਦਾ ਸਾਧ ਨੂੰ ਲਿਆ ਕੇ ਫੜ ਕੇ ਅੰਦਰ ਸੁਣੋ ਸੌਦਾ ਸਾਧ ਨੂੰ ਲਿਆ ਕੇ ਤੁਸੀਂ, ਇੱਕ ਮਿੰਟ ਗੱਲ ਪੂਰੀ ਕਰੋ, ਸੌਦਾ ਸਾਧ ਨੂੰ ਲਿਆ ਕੇ ਤੁਸੀਂ ਉਹਨਾਂ ਦਾ ਜਿਹੜਾ ਮੁੱਖ ਦੋਸ਼ੀ ਬਣਾਇਆ ਗਿਆ ਸੀਗਾ ਉਹ ਤੁਸੀਂ ਜੇਲ੍ਹ 'ਚ ਮਰਵਾਤਾ। ਕੋਈ ਜਾਂਚ ਕੀਤੀ? ਜੇ ਉਹਦੇ ਰਾਹੀਂ ਗਾਂ ਪਹੁੰਚਿਆ ਜਾ ਸਕਦਾ ਸੀ ਜਾਂ ਸੌਦਾ ਸਾਧ ਨੂੰ ਲਿਆ ਕੇ ਇੰਟਰੋਗੇਟ ਕਰਕੇ ਪੁੱਛਿਆ ਜਾ ਸਕਦਾ ਸੀ, ਜਿਹੜਾ ਬਾਰ-ਬਾਰ ਆਕਾ ਦੀ ਗੱਲ ਹੋ ਰਹੀ ਹੈ, ਤੇ ਇਹਦਾ ਮਤਲਬ ਵਿਚਲੀ ਕੜੀ ਤਾਂ ਤੁਸੀਂ ਖੁਦ ਮਰਵਾਤੀ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਫਿਰ ਕਾਂਗਰਸ ਪਾਰਟੀ ਸਿਰਫ ਤੇ ਸਿਰਫ ਜਿਹੜੀ 672 ਜਿਹੜੀਆਂ ਸਾਡੀਆਂ ਗੁਰੂ ਸਾਹਿਬ ਦੀਆਂ ਬੀੜਾਂ 84 ਵੇਲੇ ਸਾੜ ਸਕਦੀ ਹੈ, 37 ਗੁਰਦੁਆਰਿਆਂ ਤੇ ਹਮਲੇ ਕਰ ਸਕਦੀ ਹੈ, ਉਹ ਸਾਥੋਂ ਬੇਅਦਬੀ। ਮੈਂ ਦੁਬਾਰਾ ਕਹਿ ਰਿਹਾ ਕਿ ਜ਼ਰੂਰ ਹੋ ਜਾਏਗਾ ਮਸਲਾ ਇਸ ਦੇ ਉੱਪਰ। ਅੱਜ ਗੋਲੀकांड ਦੀ ਗੱਲ ਹੋ ਰਹੀ ਹੈ, 5 ਸਾਲਾਂ ਦੇ ਵਿੱਚ ਤੁਸੀਂ ਕੌਣ ਫੜ ਕੇ ਅੰਦਰ ਦਿੱਤੀ, ਉਹਦਾ ਜਵਾਬ ਦਿਓ। ਗੋਲੀकांड ਮਸਲੇ ਦੇ ਵਾਪਸ ਆਵਾਂਗੇ। ਇਨਫੈਕਟ ਮੈਂ ਹਰਜਿੰਦਰ ਪੰਜਾਬ ਦੇ ਲੋਕ ਦੇਖ ਰਿਹਾ ਗੌਰਵ ਜੀ, ਇਹਨਾਂ ਨੂੰ ਬੇਨਤੀ ਹੈ ਵੀ ਹੁਣ ਹੌਸਲਾ ਰੱਖਿਓ, ਸੁਣ ਲਿਓ। ਠੀਕ ਹੈ ਜੀ। ਅਕਾਲ ਤਖਤ ਦੇ ਜਥੇਦਾਰ ਨੇ, ਸ਼੍ਰੋਮਣੀ ਕਮੇਟੀ ਕਿਹਦੇ ਅੰਦਰ ਆਉਂਦੀ ਹੈ? ਸ਼੍ਰੋਮਣੀ ਅਕਾਲੀ ਦਲ ਬਾਦਲ ਦੇ। ਤੁਸੀਂ ਹਮੇਸ਼ਾ ਉਹਨਾਂ ਨੂੰ ਉੱਥੇ ਅਕਾਲ ਤਖਤ ਦਾ ਜਥੇਦਾਰ ਥਾਪਦੇ ਹੋ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਬਣਾਉਂਦੇ ਹੋ। ਤੁਹਾਡੇ ਘਰ ਬੁਲਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਉਹਨੂੰ ਮਾਫੀ ਦਿੱਤੀ ਗਈ। ਅੱਜ SGPC ਕਮਜ਼ੋਰ ਹੋ ਗਈ। ਅੱਜ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵੀ ਕਹਿਣਾ ਪਿਆ ਕਿ ਉਹਨੂੰ ਮਾਫੀ ਦੇਣੀ ਜ਼ਰੂਰੀ ਸੀ, ਜਿਹਨੇ ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਹਿਰਾਵੇ ਦੀ ਪੋਸ਼ਾਕ ਪਾ ਕੇ ਕਿ ਉਹਨੂੰ ਜ਼ਰੂਰੀ ਸੀ ਕਿ ਕਿਸ ਤਰੀਕੇ ਦੇ ਨਾਲ ਉਹਦੀਆਂ ਫਿਲਮਾਂ ਚਲਾਈਆਂ। ਸਿਕੰਦਰ ਸਿੰਘ ਡਿਬੇਟ ਯਾਰ ਵਿੱਚ ਕਿਉਂ ਬੋਲ ਰਹੇ ਹੋ? ਗੱਲ ਕਿਉਂ ਨਹੀਂ ਸੁਣਦੇ? ਫਿਰ ਤੁਸੀਂ ਦੂਜੇ ਪਾਸੇ ਕਿਉਂ ਲੈ ਕੇ ਜਾਂਦੇ ਹੋ? ਤੁਹਾਡਾ ਤੁਸੀਂ ਗੋਲੀकांड ਤੇ ਕਿਉਂ ਨਹੀਂ ਕਰਦੇ? ਗੋਲੀकांड ਇੱਕ ਇੱਕ ਕਰਕੇ ਸਰ ਲੋਕਾਂ ਨੂੰ ਸਮਝ ਆਵੇ ਗੱਲ। ਉਹ ਯਾਰ ਤੁਸੀਂ ਕਾਲ ਤੱਕ ਢਾਉਣ ਵਾਲੇ ਤੁਸੀਂ ਕੀ ਹਿਸਾਬ ਮੰਗਦੇ ਹੋ? ਰੂਬੀ ਜੀ ਬਰਾੜ ਸਾਹਿਬ ਜੇ ਗੋਲੀकांड ਤੁਸੀਂ ਤਾਂ ਆਦੇ ਸੀ ਗਲਤ ਗੱਲ ਨਾ ਕਰੋ। ਰੂਬੀ ਜੀ ਬਰਾੜ ਜੀ ਦੇਖੋ ਤੁਹਾਡਾ ਹਾਲ ਕੀ ਹੈ? ਬਰਾੜ ਜੀ ਮੈਂ ਕਿਹਾ ਸਾਨੂੰ ਸਜ਼ਾ ਮਿਲੀ, ਅਸੀਂ 3 ਵਾਰੀ ਸਰਕਾਰ ਚ ਵੀ ਆਏ। ਪਲੀਜ਼ ਬਰਾੜ ਸਾਹਿਬ ਹੋਲਡ ਰੱਖਿਓ ਪਲੀਜ਼। ਚਰਚਾ ਹੋ ਪਾਏਗੀ ਪਲੀਜ਼। ਰੂਬੀ ਜੀ ਪਲੀਜ਼ ਬਰਾੜ ਸਾਹਿਬ, ਫਿਰ ਉਹੀ ਗੱਲ ਹੈ, ਸਮਾਂ ਵੀ ਖਰਾਬ ਹੋਏਗਾ, ਡੀਰੇਲ ਹੋ ਜਾਣਾ ਮਸਲਾ। ਤੁਸੀਂ ਇਹ ਦੱਸੋ ਹਰਜਿੰਦਰ ਮਾਜੀ ਤੁਸੀਂ ਪਲੀਜ਼, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਥੋੜਾ ਜਿਹਾ ਕੋਸ਼ਿਸ਼ ਕਰਿਓ ਕਿ ਗੋਲੀकांड ਦੇ ਉੱਤੇ ਆਪਾਂ ਰਹੀਏ, ਉਸ ਦੇ ਨਾਲ ਜੁੜਿਆ ਕੋਈ ਮਰਜ਼ੀ ਮੁੱਦਾ ਚੁੱਕੋ। ਉਹ ਆਪਸ ਦੇ ਵਿੱਚ ਇੰਟਰਕਨੈਕਟਡ ਹੋ ਸਕਦੇ ਨੇ, ਪਰ ਜੇਕਰ ਆਪਾਂ ਬਾਕੀ ਸਾਰੇ ਮਸਲਿਆਂ ਦੇ ਉੱਤੇ ਚਲੇ ਜਾਵਾਂਗੇ ਤਾਂ ਡਿਬੇਟ ਹੋਰ ਵਾਲੇ ਪਾਸੇ ਚਲੀ ਜਾਂਦੀ ਹੈ। ਸਰ ਮੈਂ ਸਿਰਫ 1 ਮਿੰਟ ਪੂਰਾ ਇਹ ਲੈਣਾ ਹੈ ਕਿ ਜਦੋਂ ਵੀ ਤੁਸੀਂ ਡਿਬੇਟ ਕਰਾਉਨੇ ਹੋ ਅਸੀਂ ਬੈਠ ਕੇ ਸੁਣਦੇ ਆ। ਬਾਦਲ ਦਲ ਵਾਲੇ 1984 ਦਾ ਮਸਲਾ ਉਸ ਡਿਬੇਟ ਵਿੱਚ ਖਿੱਚਦੇ ਨੇ ਤੇ ਕਾਂਗਰਸ ਵਾਲੇ ਬਰਗਾੜੀ ਦਾ। ਅਸਲ ਵਿੱਚ ਦੋਨਾਂ ਦੀਆਂ ਹੀ ਨਲਾਇਕੀਆਂ ਨੇ। ਔਰ ਮੈਂ ਦੱਸਣਾ ਚਾਹੁੰਦਾ ਬਰਾੜ ਸਾਹਿਬ ਨੂੰ, ਖਾਸ ਤੌਰ ਤੇ ਜਿਹੜੇ ਭਾਸ਼ਾ ਦੀ ਗੱਲ ਕਰਦੇ ਸੀ ਕਿ ਅੱਜ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ 1970 ਤੋਂ ਕਿਵੇਂ ਝੂਠੇ ਪੁਲਿਸ ਮੁਕਾਬਲੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਵੇਲੇ ਤੋਂ ਹੁੰਦੇ ਰਹੇ,
ਗੋਲੀकांड ਜਿਹੜਾ 2015 ਦੇ ਵਿੱਚ ਹੋਇਆ, ਇਹ ਪਹਿਲੀ ਵਾਰ ਨਹੀਂ ਹੋਇਆ ਬਾਦਲ ਸਾਹਿਬ ਦੀ ਸਰਕਾਰ ਮੌਕੇ। ਇਹ 1970 ਵਿੱਚ ਸਭ ਤੋਂ ਪਹਿਲੀ ਵਾਰ 82 ਸਾਲ ਦਾ ਬਾਬਾ ਬੂਝਾ ਸਿੰਘ ਜਿਹੜਾ ਫਰੀडम ਨਹੀਂ ਬਾਜੀ ਦੇਖੋ ਤੁਸੀਂ ਹੋਰ ਡੀਰੇਲ ਕਰ ਦੋਗੇ, ਮੈਂ ਪਲੀਜ਼ ਰਿਕੁਐਸਟ ਕਰ ਸਕਦਾ ਕਾਂਗਰਸ ਨੂੰ ਸ਼ੈਲਟਰ ਕਰ ਰਿਹਾ ਤੂੰ ਵੱਡਾ ਹੈ 1970 ਤੇ ਪਹੁੰਚ ਗਏ। ਮੈਂ ਤੁਹਾਨੂੰ ਸਿੱਧਾ ਗੋਲੀकांड ਨੂੰ ਲੈ ਕੇ ਪੁੱਛ ਰਿਹਾ, ਮੈਂ ਤੁਹਾਨੂੰ ਸਿੱਧਾ ਗੋਲੀकांड ਨੂੰ ਲੈ ਕੇ ਸਵਾਲ ਪੁੱਛ ਰਿਹਾ। ਤੁਸੀਂ ਗੋਲੀकांड ਨੂੰ ਲੈ ਕੇ ਗੋਲੀकांड ਵਾਲੇ ਪੁਆਇੰਟ ਦੇ ਉੱਤੇ ਆਈਏ। ਪਤਾ ਹੈ ਬਰਗਾੜੀ ਵਾਲਾ ਮਸਲਾ, ਗੋਲਡੀ ਮਾਫੀ ਚਾਹੂੰਗਾ, ਜਿਹੜਾ ਗੋਲੀकांड ਵਾਲਾ ਮਸਲਾ ਉਹ ਆਪਸ ਦੇ ਵਿੱਚ ਇੰਟਰਕਨੈਕਟਡ ਹੈਗੇ ਨੇ, ਪਰ ਗੋਲੀकांड ਮਾਮਲੇ ਦੀ ਜਾਂਚ ਦਾ ਮੈਂ ਜ਼ਿਕਰ ਕਰ ਰਿਹਾ ਵਾਰ-ਵਾਰ ਉਹੀ ਕਿ ਗੋਲੀकांड ਮਾਮਲੇ 'ਚ ਤੁਸੀਂ ਕਹਿ ਸਕਦੇ ਹੋ ਕਿ ਹਾਂ ਜਾਂਚ ਸਹੀ ਦਿਸ਼ਾ 'ਚ ਪਹੁੰਚ ਰਹੀ ਹੈ 7 ਸਾਲ ਦੇ ਵਿੱਚ। ਦੇਖੋ ਜੀ, ਜਿੰਨਾ ਚਿਰ ਗੋਲੀकांड ਦੇ ਮਸਲੇ 'ਚ ਮਾਸਟਰਮਾਈਂਡ ਜਿਹੜੇ ਨੇ ਉਹਨਾਂ ਤੱਕ ਪਹੁੰਚ ਨਹੀਂ ਹੁੰਦੀ, ਅਜੇ ਤੱਕ ਸਾਰੀਆਂ ਸਰਕਾਰਾਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਨੇ। ਗੋਲੀकांड ਦੇ ਮਾਸਟਰਮਾਈਂਡ ਤੱਕ ਸੁਮੇਧ ਸੈਣੀ ਤੋਂ ਬਿਨਾਂ ਇਹ ਸਭ ਕੁਝ ਨਹੀਂ ਹੋਇਆ। ਜਿੰਨਾ ਚਿਰ ਉਹਨਾਂ ਤੇ ਬਣਦੀ ਕਾਰਵਾਈ ਨਹੀਂ ਹੁੰਦੀ, ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀਗੇ, ਉਹਨਾਂ ਸਮਾਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਦੇ ਹਿਰਦੇ ਠੰਡੇ ਨਹੀਂ ਹੋ ਸਕਦੇ। ਸਿਰਫ ਗੋਂਗਲੀਆਂ ਤੋਂ ਮਿੱਟੀ ਝਾੜ ਕੇ ਆਮ ਆਦਮੀ ਪਾਰਟੀ ਇਸ ਤਰ੍ਹਾਂ ਸਿੱਖਾਂ ਦੇ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਦੀ। ਨਹੀਂ ਮਾਜੀ ਦੇਖੋ ਕੋਈ ਤੱਥ ਹੋਣੇ ਚਾਹੀਦੇ ਨੇ ਨਾ ਉਸ ਦੇ ਲਈ, ਕੋਈ ਤੱਥ ਤੁਹਾਨੂੰ ਲੱਗ ਰਿਹਾ ਕਿ ਸਿੱਧੇ ਤੱਥ ਨਿਕਲ ਕੇ ਆ ਰਹੇ ਨੇ, ਜਾਂ ਤਾਂ ਤੁਸੀਂ ਜਾਂਚ ਜਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ ਦੱਸੋ ਉਸ 'ਚ ਨਿਕਲਿਆ ਕੁਝ। ਸਰ ਹੋਮ ਮਿਨਿਸਟਰ ਕੌਣ ਸੀਗਾ ਉਸ ਵਕਤ? ਸਰਦਾਰ ਸੁਖਬੀਰ ਸਿੰਘ ਬਾਦਲ। ਜੇ ਪੁਲਿਸ ਵਾਲੇ ਆਪ ਮੁਹਾਰੇ ਗੋਲੀਆਂ ਚਲਾ ਰਹੇ ਸੀ ਤੇ ਫਿਰ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ? ਨਹੀਂ ਠੀਕ ਹੈ, ਥੋੜਾ ਪ੍ਰੈਕਟੀਕਲ ਗੱਲ ਵੀ ਕਰੀਏ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਸਰਕਾਰਾਂ ਸਮੇਂ-ਸਮੇਂ ਤੇ ਅਲੱਗ-ਅਲੱਗ ਰਹੀਆਂ ਕਿ ਉਹ ਅਕਾਲੀ ਦਲ ਦੀ ਵੀ ਰਹੀ ਹੈ, ਅਕਾਲੀ ਦਲ ਦੇ ਸਮੇਂ ਘਟਨਾ ਹੋ ਗਈ, ਕਾਂਗਰਸ ਦੇ ਸਮੇਂ ਕੋਈ ਹੋਰ ਘਟਨਾ ਹੋ ਗਈ। ਮਹਿੰਦਰਪਾਲ ਬਿੱਟੂ ਦਾ ਜ਼ਿਕਰ ਕਰ ਰਹੇ ਸੀ ਚਰਨਜੀਤ ਬਰਾੜ ਜੀ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਮੂਸੇਵਾਲਾ ਦਾ ਕਤਲ ਹੋ ਗਿਆ। ਤਾਂ ਸਰਕਾਰਾਂ ਦੇ ਵਿੱਚ ਜਿਹੜੇ ਬੈਠੇ ਨੇ ਸਿੱਧੇ ਉਹਨਾਂ ਦੇ ਉੱਤੇ ਪਰਚੇ ਹੋਣ ਜਾਂ ਹੁੰਦਾ ਇਸ ਤਰ੍ਹਾਂ? ਬਿਲਕੁਲ ਸਰ, ਆਮ ਲੋਕਾਂ ਦੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਹ ਬਿਲਕੁਲ ਕਾਨੂੰਨਨ ਤੌਰ ਤੇ ਭਾਵੇਂ ਅੱਜ ਆਮ ਆਦਮੀ ਪਾਰਟੀ ਹੈ ਜਾਂ ਫਿਰ ਕਾਂਗਰਸ ਰਹੀ ਜਾਂ ਪ੍ਰਕਾਸ਼ ਸਿੰਘ ਬਾਦਲ ਰਹੇ, ਇਹਨਾਂ ਨੇ ਕੋਈ ਸੋਹਣਾ ਮਾਹੌਲ ਪੰਜਾਬ ਦਾ ਨਹੀਂ ਬਣਾਇਆ। ਇੱਥੇ ਨਿਤ ਦਿਹਾੜੇ ਕਤਲ ਹੋ ਰਹੇ ਨੇ, ਇਹ ਵੀ ਕਾਰਨ ਹੈ ਸੁਖਰਾਜ ਜੀ। ਠੀਕ ਹੈ ਮਾਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਹਾਡਾ ਪੁਆਇੰਟ ਆ ਗਿਆ। ਸੁਖਰਾਜ ਜੀ, ਮੈਂ ਬਰਾੜ ਸਾਹਿਬ ਤੁਹਾਡੇ ਕੋਲ ਆਉਣਾ। ਸੁਖਰਾਜ ਜੀ, ਇਹ ਮਾਸਟਰਮਾਈਂਡ ਵਾਲੀ ਗੱਲ ਹੋ ਰਹੀ ਹੈ, ਤੁਸੀਂ ਕਿਸ ਪਾਸੇ ਨੂੰ ਜਾਂਚ ਨੂੰ ਜਾਂਦੇ ਹੋਏ ਦੇਖ ਰਹੇ ਹੋ ਤੇ ਦੂਜਾ ਡਿਮਾਂਡ ਕੀ ਹੈ ਇਹ ਲੋਕਾਂ ਨੂੰ ਸਮਝਾਓ, ਕਿਉਂਕਿ ਗੋਲੀकांड ਮਾਮਲੇ ਦੀ ਜਾਂਚ ਅੱਗੇ ਵਧ ਰਹੀ ਹੈ, ਅਲੱਗ-ਅਲੱਗ ਉਸ ਦੇ ਵਿੱਚ ਗਵਾਹ ਨੇ, ਸਭ ਕੁਝ ਹੋ ਰਿਹਾ ਹੈ, ਨਾਮਜ਼ਦ ਕੀਤੇ ਗਏ ਨੇ। ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜੇ ਪਾਸੇ ਜਾਂਚ ਜਾਵੇ ਜਾਂ ਕਿਹੜੇ ਪਾਸੇ ਇਸ ਸਮੇਂ ਜਾ ਰਹੀ ਹੈ? ਸੁਖਰਾਜ ਜੀ, ਕਹਿੰਦਾ ਜੀ ਜਦੋਂ ਇਹਨਾਂ ਦੇ ਵਿੱਚ ਜਿਹੜੇ ਬੰਦਿਆਂ ਤੇ ਜਾਂਚ ਚੱਲ ਰਹੀ ਹੈ, ਸਮੇਧ ਸੈਣੀ ਤੱਕ ਜਾਂਚ ਪਹੁੰਚੀ ਹੋਈ ਆ, ਉਸ ਤੋਂ ਬਾਅਦ ਹਜੇ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਅਧੂਰੀ ਪਈ ਹੈ, ਜਿਹਦੇ ਲਈ ਆਪਾਂ ਕਹਿ ਰਹੇ ਵੀ ਇਹਨੂੰ ਪੂਰੀ ਕਰੋ ਤੇ ਇੱਕ ਫੁੱਲ ਸਟਾਪ ਤਾਂ ਲਾਓ। ਉਹ ਕਿਹੜਾ ਉਹਦੇ ਚ ਰਾਜਨੀਤਿਕ ਆਉਂਦਾ, ਉਹ ਜਿਹੜਾ ਵੀ ਆਉਂਦਾ ਉਹਨੂੰ ਤੁਸੀਂ ਫੜ ਕੇ ਅੰਦਰ ਤਾਂ ਲਿਓ ਜਾਂ ਉਹਨੂੰ ਨਾਮਜ਼ਦ ਤਾਂ ਕਰੋ ਜੀ। ਗੱਲ ਇੱਥੇ ਆਉਂਦੀ ਆ, ਤੁਸੀਂ ਹੁਣੇ ਇੱਕ ਜ਼ਿਕਰ ਕੀਤਾ ਸਿੰਗਰ ਵੀਰ ਦਾ, ਹਨਾ, ਮੂਸੇਵਾਲੇ ਦਾ ਜੀ। ਜੇ ਉਹਦੇ ਗੈਂਗਸਟਰਾਂ ਨੇ ਉਹਨੂੰ ਕੁਛ ਕੀਤਾ ਤਾਂ ਕੱਲ ਪਰਸੋਂ ਇੱਕ ਮਤਲਬ ਬਣਿਆ ਜੋ ਕੁਛ ਪੰਜਾਬ 'ਚ ਤੁਸੀਂ ਦੇਖਿਆ, ਐਨਕਾਊਂਟਰ ਹੋਇਆ। ਸਾਡੇ ਲਈ ਤਾਂ ਐਨਕਾਊਂਟਰ ਫਿਰ ਇਹਨਾਂ ਦਾ ਵੀ ਹੋਣਾ ਜ਼ਰੂਰੀ ਨਹੀਂਗਾ। ਜਿਹੜੇ ਬਹਿਬਲ ਕਲਾ ਗੋਲੀकांड ਦੇ ਵਿੱਚ ਗੋਲੀਆਂ ਮਾਰ ਕੇ ਗਏ ਆ, ਸ਼ਰੇਆਮ ਮਾਰ ਕੇ ਗਏ ਆ, ਤੇ ਸਾਡੇ ਲਈ ਤਾਂ ਉਹ ਵੀ ਗੈਂਗਸਟਰ ਆ ਨਾ। ਉੱਥੇ ਜਾ ਕੇ ਪੁਲਿਸ ਨਰਮਾਈ ਕਿਉਂ ਵਰਤਦੀ ਆ? ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਸਿਕਿਉਰਿਟੀਆਂ, ਉਹਨਾਂ ਨੂੰ Z+, ਉਹਨਾਂ ਨੂੰ Y+, ਉਹਨਾਂ ਦੀਆਂ ਘਰ ਵਾਲੀਆਂ ਤੱਕ ਜਾਂ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ ਜਾਂਦੀ। ਆਪਾਂ ਪਟਿਆਲੇ ਕੇਸ ਤੇ ਚੱਲ ਜਾਈਏ, ਪਿੱਛੇ ਜੇ ਪਟਿਆਲੇ ਕੇਸ ਹੋਇਆ, ਇੱਕ ਦੋ ਮਤਲਬ ਗੁੱਟਾਂ ਦੇ ਵਿੱਚ ਲੜਾਈ ਹੋਈ ਜਾਂ ਦੋ ਧਰਮਾਂ ਨੂੰ ਲੈ ਕੇ ਹੋਈ, ਆਪਸ ਵਿੱਚ ਥੋੜਾ ਡਿਸਪਿਊਟ ਹੋਇਆ, ਉਹਦੇ ਵਿੱਚ ਦੋਨਾਂ ਧਿਰਾਂ ਦੇ, ਮੈਂ ਗੱਲ ਕਰੂੰਗਾ, ਦੋਨਾਂ ਧਿਰਾਂ ਦੇ ਬੰਦਿਆਂ ਦੇ ਪਰਚੇ ਹੋਏ ਤੇ ਮੈਨੂੰ ਜਦੋਂ ਤੱਕ ਲੱਗਦਾ ਵੀ ਦੋਨਾਂ ਧਿਰਾਂ ਦੇ ਘਰਾਂ 'ਚ ਹੀ ਪੁਲਿਸ ਗਈ ਹੋਣੀ ਹੈ। ਉਹਨਾਂ ਦੀਆਂ ਘਰ ਵਾਲੀਆਂ ਤੱਕ ਟੌਰਚਰ ਕੀਤੀਆਂ ਗਈਆਂ, ਉਹ ਚਾਹੇ ਹਿੰਦੂ ਵੀਰ ਸੀਗੇ ਚਾਹੇ ਸਿੱਖ ਵੀਰ ਸੀਗੇ। ਪਰ ਗੱਲ ਇੱਥੇ ਹੁੰਦੀ ਆ ਵੀ ਜਦੋਂ ਸਮੇਧ ਸੈਣੀ ਦੇ ਭਗੌੜਾ ਕਰਾਰ ਦੇ ਪੋਸਟਰ ਲੱਗ ਜਾਂਦੇ ਆ, ਕਾਂਗਰਸ ਦੀ ਸਰਕਾਰ ਹੁੰਦੀ ਆ, ਇਹਨਾਂ ਦੀ ਪਕੜ 'ਚ ਪੁਲਿਸ ਦੀ 'ਚ ਜਾਂ ਸਰਕਾਰ ਦੀ 'ਚ ਇੱਕ ਵਾਰੀ ਬੰਦਾ ਆ ਜੇ ਤਾਂ ਉਹ 'ਚ ਹੋਰ 4-5 ਕੇਸ ਖੁੱਲਦੇ। ਆਪਣੇ ਕੋਲੇ ਹੁਣ ਵੀ ਇੱਕ ਐਗਜ਼ਾਮਪਲ ਪਈ ਆ, ਆਪਾਂ ਬਿਸ਼ਨੋਈ ਨੂੰ ਪੰਜਾਬ ਪੁਲਿਸ ਲੈ ਕੇ ਆਈ ਆ, ਇੱਕ ਕੇਸ ਦੇ ਵਿੱਚ ਲੈ ਕੇ ਆਈ ਸੀ। ਅੱਜ ਕਿੰਨੇ ਕੇਸਾਂ ਦੇ ਵਿੱਚ ਉਹਦੇ ਜਿਹੜੇ ਚੱਲ ਰਹੇ ਆ, ਈਵਨ ਕਿ ਚਾਹੀਦੇ ਵੀ ਆ। ਉਸੇ ਤਰ੍ਹਾਂ ਜੇ ਵਿਜੀਲੈਂਸ ਨੇ ਸੈਣੀ ਨੂੰ ਗ੍ਰਿਫਤਾਰ ਕੀਤਾ ਸੀ, ਤੁਹਾਨੂੰ ਇੱਕ ਕੇਸ 'ਚ ਕਰ ਲਿਆ, ਤੇ ਉਦੋਂ ਅੱਗੇ ਕਿਉਂ ਨਹੀਂ ਕਰ ਸਕੇ? ਜਿਹੜੀ ਜਾਂਚ ਵਧਣੀ ਚਾਹੀਦੀ ਆ, ਠੀਕ ਹੈ, ਉੱਥੇ ਉਹ ਸੈੱਟ ਜਾ ਕੇ ਕਿਉਂ ਨਹੀਂ ਖੜੀ? ਚਲੋ ਮੈਂ ਇੱਥੇ ਇੱਕ ਅਪਡੇਟ ਕਰ ਦਵਾਂ ਕਿ ਤੁਹਾਨੂੰ ਇਨਫੈਕਟ ਪਤਾ ਹੋਏਗਾ ਸੁਖਰਾਜ ਜੀ ਕਿ ਬਲੈਂਕਟ ਬੇਲ ਸੀ ਉਸਦੇ ਕੋਲ ਨਾ, ਕਿ ਬਲੈਂਕਟ ਬੇਲ ਦਾ ਮਤਲਬ ਸਿੱਧਾ ਜਿਹਾ ਸੀ ਕਿ ਜੇ ਸਮੇਧ ਸੈਣੀ ਨੂੰ ਬਾਕੀ ਕੇਸਿਸ ਦੇ ਵਿੱਚੋਂ ਬਿਲਕੁਲ ਫਰੈਸ਼ ਕੇਸ ਪਾ ਦਿੱਤਾ। ਗੌਰਵ ਜੀ ਅੱਜ ਉਹਦੀ ਬਲੈਂਕਟ ਬੇਲ ਕੋਈ ਨਹੀਂ ਹੈ। ਨਹੀਂ ਠੀਕ ਹੈ, ਉਹ ਕਾਰਵਾਈ ਨਹੀਂ ਹੋ ਰਹੀ, ਉਸ ਦੇ ਉੱਪਰ ਕੁਐਸਚਨ ਮਾਰਕ ਹੈ। ਮੈਂ ਪੁਰਾਣੀ ਗੱਲ ਕਰ ਰਿਹਾ। ਰੂਪੀ ਗਿੱਲ ਜੀ, ਅੱਜ ਉਹ ਕੀ ਕਹਿੰਦਾ, ਮੈਨੂੰ 3 ਮਹੀਨਿਆਂ ਦੀ ਮਤਲਬ 3 ਹਫ਼ਤਿਆਂ ਦੀ ਮੈਡੀਕਲ ਲੀਵ ਚਾਹੀਦੀ ਆ,
ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ। ਇਹਦੇ ਪਾਸੇ ਪਟਿਆਲੇ ਦੇ ਵਿੱਚ ਗੋਲੀ ਵੱਜਦੀ ਨਾ ਇੱਕ ਸਿੰਘ ਦੇ, ਉਹ ਅੱਜ ਜੇਲ੍ਹ 'ਚ ਆ, ਹਾਲਾਂਕਿ ਉਹਦੇ ਗੋਲੀ ਵੱਜੀ ਸੀ, ਉਹਨੂੰ ਸਣੇ ਗੋਲੀ ਚੱਕ ਕੇ ਜੇਲ੍ਹ 'ਚ ਬੰਦ ਕਰਤਾ। ਨਹੀਂ ਠੀਕ ਹੈ ਤੁਹਾਡਾ ਪੁਆਇੰਟ। ਮੈਂ ਇੱਕ ਗੁਜ਼ਾਰਿਸ਼ ਜ਼ਰੂਰ ਕਰੂੰਗਾ ਕਿ ਜਿਹੜੇ ਪੁਲਿਸ ਮੁਲਾਜ਼ਮ ਬਹਿਬਲ ਕਲਾਂ ਦੇ ਵਿੱਚ ਸੀਗਾ, ਜਿਹੜੇ ਉੱਥੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ, ਤੇ ਜਿਹੜੇ ਗੈਂਗਸਟਰ ਨੇ, ਆਪਾਂ ਕੰਪੇਅਰ ਤਾਂ ਘੱਟੋ ਘੱਟ ਉਹਨਾਂ ਨੂੰ ਨਹੀਂ ਕਰ ਸਕਦੇ। ਸ਼ਾਇਦ ਤੁਸੀਂ ਇਸ ਦੇ ਨਾਲ ਸਹਿਮਤ ਨਾ ਹੋਵੋ, ਪਰ ਬਹੁਤ ਸਾਰੇ ਦਰਸ਼ਕ ਸਹਿਮਤ ਹੋਣਗੇ। ਹੋਰ ਐਗਜ਼ਾਮਪਲ ਦਿੰਦਾ, ਕਾਂਗਰਸ ਸਰਕਾਰ ਦੇ ਵਿੱਚ ਜਗਰਾਵਾਂ ਦੇ ਵਿੱਚ ਇੱਕ ਪੁਲਿਸ ਵਾਲਿਆਂ ਤੇ ਕਾਰਵਾਈ ਹੋ ਜਾਂਦੀ ਆ ਜੀ, ਉਹਨਾਂ ਦੀ ਅਨਫੋਰਚੂਨੇਟਲੀ ਮੌਤ ਹੋ ਜਾਂਦੀ ਆ। ਉਹਨਾਂ ਦਾ ਮਾਸਟਰਮਾਈਂਡ ਕਲਕੱਤੇ ਹੁੰਦਾ ਹੈ, ਉੱਥੇ ਜਾ ਕੇ ਉਹਦਾ ਐਨਕਾਊਂਟਰ ਹੋ ਜਾਂਦਾ ਹੈ। ਠੀਕ ਹੈ, ਤੁਸੀਂ ਗੈਂਗਸਟਰ ਵਾਰ ਨਹੀਂ ਸੀ ਨਾ, ਤੁਸੀਂ ਜੈਪਾਲ ਦੀ ਗੱਲ ਕਰ ਰਹੇ ਹੋ। ਦੂਸਰੇ ਪਾਸੇ ਸਰ ਨਹੀਂ ਠੀਕ ਹੈ ਤੁਹਾਡਾ, ਦੇਖੋ ਦੂਜੇ ਪਾਸੇ ਪੁਲਿਸ ਨੇ ਕਿਉਂ ਨਹੀਂ ਹੁੰਦਾ? ਠੀਕ ਹੈ ਸੁਖਰਾਜ ਜੀ, ਤੁਹਾਡਾ ਪੁਆਇੰਟ ਆ ਗਿਆ, ਮੈਂ ਜਵਾਬ ਲੈ ਲਵਾਂ। ਇਨਫੈਕਟ ਇਹ ਗੱਲ ਲਗਾਤਾਰ ਉੱਠਦੀ ਹੈ ਕਿ ਕਈ ਵਾਰੀ ਕਾਰਵਾਈ ਕਰਨ ਨੂੰ ਲੈ ਕੇ ਪੈਮਾਨਾ ਵੱਖਰਾ ਹੋ ਜਾਂਦਾ ਹੈ ਕਿ ਇੱਕ ਆਮ ਸ਼ਖਸ ਦੇ ਉੱਤੇ ਪਰਚਾ ਹੋਇਆ ਹੋਵੇ ਤਾਂ ਉਹ 24 ਘੰਟਿਆਂ 'ਚ ਪੁਲਿਸ ਚੁੱਕ ਲੈਂਦੀ ਹੈ, ਉਸ ਨੂੰ ਲੱਭ ਲੈਂਦੀ ਹੈ। ਜਦੋਂ ਕਿਸੇ ਵੱਡੇ ਬੰਦੇ ਦੇ ਉੱਤੇ ਪਰਚਾ ਹੋਇਆ ਹੋਵੇ ਤਾਂ ਫਿਰ ਲੱਭਦਾ ਹੀ ਨਹੀਂ ਪੁਲਿਸ ਨੂੰ, ਆਮ ਲੋਕਾਂ ਦੇ ਵਿਚਾਲੇ ਘੁੰਮਦਾ ਹੁੰਦਾ ਹੈ, ਮੀਡੀਆ 'ਚ ਉਸਦੇ ਬਿਆਨ ਆ ਰਹੇ ਹੁੰਦੇ ਨੇ, ਪਰ ਪੁਲਿਸ ਨੂੰ ਨਹੀਂ ਲੱਭਦਾ। ਰੂਪੀ ਗਿੱਲ ਜੀ, ਤੁਹਾਡੇ ਤੇ ਉੱਤੇ ਸਿੱਧਾ ਸਵਾਲ ਹੈ ਜੀ ਕਿ ਤੁਸੀਂ ਸੁਮੇਸ਼ ਸੈਣੀ ਨੂੰ ਇੱਕ ਵਾਰ ਤਾਂ ਫੜ ਲਿਆ ਸੀ ਪਰ ਤੁਸੀਂ ਰੱਖ ਨਹੀਂ ਸਕੇ। ਦੇਖੋ ਜੀ, ਜਦੋਂ ਮੈਂ ਉਹਨਾਂ ਸੈਣੀ ਦੀ ਗੱਲ ਤੇ ਵੀ ਚਲੋ ਬਲੈਂਕਟ ਬੇਲ ਸੀ ਜਾਂ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ, ਪਰ ਅਸੀਂ ਸਰਕਾਰ ਨੇ ਆਪਦਾ ਕੰਮ ਪੂਰਾ ਕਰਤਾ। ਉਹਦੇ ਕੋਰਟ ਦੇ ਕੰਮ 'ਚ ਤੁਹਾਨੂੰ ਵੀ ਪਤਾ ਵੀ ਸਰਕਾਰ ਦਖਲ ਨਹੀਂ ਦੇ ਸਕਦੀ। ਔਰ ਦੂਸਰੀ ਗੱਲ, ਚਾਹੇ ਉਹ ਰੁਪਿੰਦਰ ਜਸਵਿੰਦਰ, ਉਹ ਦੋਨੋਂ ਲੜਕੇ ਸੀਗੇ, ਅਸੀਂ ਸੀਐਮ ਚਰਨਜੀਤ ਸਿੰਘ ਚੰਨੀ ਜੀ ਨੂੰ ਵੀ, ਸਾਡੇ ਐਮਐਲਏ ਰਮਿੰਦਰ ਆਮਲਾ ਜੀ ਸੀ, ਅਸੀਂ ਸਾਰੇ ਇਕੱਠੇ ਮਿਲੇ ਕਿ ਜਦੋਂ ਬੇਅਦਬੀਆਂ ਹੋਈਆਂ, ਸੁਬੀਰ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਜੀ ਅਸੀਂ ਦੋਸ਼ੀ ਫੜ ਲਏ ਆ, ਉਹਨਾਂ ਨੌਜਵਾਨਾਂ ਦੀਆਂ ਰੀੜ੍ਹ ਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ ਗਈਆਂ ਕਿ ਜਿਹੜੇ ਅੱਜ ਤੱਕ ਉਹ ਬੰਜਰ ਤੁਰੇ ਫਿਰਦੇ ਆ। ਮਾਲੀ ਸਹਾਇਤਾ ਦੀ ਅਸੀਂ ਗੱਲ ਕੀਤੀ ਸੀ, ਚਲੋ ਸਰਕਾਰ ਚਲੀ ਗਈ, ਕੋਟੋ ਕੰਡਲ ਲੱਗ ਗਿਆ, ਅਸੀਂ ਨਹੀਂ ਕਰ ਸਕੇ। ਔਰ ਦੂਸਰੀ ਗੱਲ, ਕਾਰਵਾਈ ਤਾਂ ਸਿੱਧਾ ਜਵਾਬ ਇਹ ਬਣਦਾ ਗੌਰਵ ਜੀ ਕਿ ਜਦੋਂ ਹੋਮ ਮਿਨਿਸਟਰ ਸੁਖਬੀਰ ਬਾਦਲ ਜੀ ਸੀਗੇ, ਕਿੰਦੀਆਂ ਇੰਸਟਰਕਸ਼ਨਾਂ ਤੇ ਗੋਲੀ ਚੱਲੀ, ਇਹ ਆਪਾਂ ਨੂੰ ਵੀ ਪਤਾ ਕਿ ਗ੍ਰਹਿ ਵਿਭਾਗ ਤੋਂ ਦੇ ਬਿਨਾ ਲਾਠੀ ਚਾਰਜ ਵੀ ਨਹੀਂ। ਤੁਸੀਂ ਕਹਿੰਦੇ ਹੋ ਗ੍ਰਹਿ ਮੰਤਰੀ ਤੇ ਪਰਚਾ ਹੋਣਾ ਚਾਹੀਦਾ? ਮੈਂ ਕਹਿੰਦਾ ਬਿਲਕੁਲ ਬਣਦਾ ਹੈ। ਜਾਂ ਗ੍ਰਹਿ ਮੰਤਰੀ ਤੇ 302 ਦਾ ਪਰਚਾ ਬਿਲਕੁਲ ਹੋਣਾ ਚਾਹੀਦਾ। ਗ੍ਰਹਿ ਮੰਤਰੀ ਬਹੁਤ ਸਾਰੀਆਂ ਬਿਲਕੁਲ ਬਣਦਾ ਹੁੰਦੀਆਂ, ਤੁਹਾਡੀਆਂ ਸਰਕਾਰਾਂ ਵੀ ਰਹੀਆਂ ਬਰਾੜ ਸਾਹਿਬ। ਮੈਂ ਕਹਿੰਦਾ ਵੀ ਜੇ ਸਾਡੀ ਸਰਕਾਰ 'ਚ ਕੁਝ ਹੋਇਆ ਤਾਂ ਸਾਡੇ ਵੀ ਬਣਦਾ, ਕਿਉਂ ਨਹੀਂ ਬਣਦਾ? ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਹੈ, ਫਿਰ ਇੰਦਰਾ ਗਾਂਧੀ ਤੋਂ ਲਾ ਕੇ ਰਾਜੀਵ ਗਾਂਧੀ ਤੋਂ ਲਾ ਕੇ ਸਾਰਿਆਂ ਤੇ ਹੀ ਹੋਣਾ ਚਾਹੀਦਾ। ਸਾਡਾ ਤਾਂ ਨਸ਼ਲਕੁਸ਼ੀ ਕਰਨ ਤੁਰ ਪਈ ਸੀ ਤੁਹਾਡੀ ਪਾਰਟੀ, ਇੱਕ ਗੱਲ। ਦੂਜੀ ਗੱਲ, ਮੈਂ ਗੋਲੀ ਕਾਂਡ ਤੇ ਰਹੂੰਗਾ। ਇੱਕ ਮਿੰਟ ਯਾਰ, ਬੰਦ ਕਰਦੇ ਹੁਣ, ਬੰਦ ਕਰੋ ਗੋਲੀ ਕਾਂਡ ਤੇ ਬੋਲਿਆ ਕਰੋ। ਗੋਲੀ ਕਾਂਡ ਤੇ ਰਹੋ, ਮੈਂ ਆਪਦੇ ਸਮਝ 'ਚ ਬੋਲ ਰਿਹਾ ਯਾਰ। ਤੁਸੀਂ ਕਹੋ, ਤੁਸੀਂ ਮੇਰੇ ਸਮਝ 'ਚ ਕਿਉਂ ਬੋਲ ਰਹੇ ਹੋ? ਕਿਉਂ ਜਵਾਬ ਦਿਓ ਪਲੀਜ਼। ਤੁਸੀਂ ਆਊਟ ਆਊਟ ਤੁਸੀਂ ਕਿਉਂ ਜਾਂਦੇ ਹੋ ਇਸ ਤਰ੍ਹਾਂ ਨਹੀਂ? ਰੂਪੀ ਗਿੱਲ ਜੀ ਇਸ ਤਰ੍ਹਾਂ ਨਹੀਂ, ਪਲੀਜ਼ ਬਰਾੜ ਸਾਹਿਬ ਇਸ ਤਰ੍ਹਾਂ ਨਹੀਂ, ਪਲੀਜ਼ ਹੋਲਡ ਰੱਖੋ। ਬਰਾੜ ਜੀ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ, ਸਮਾਂ ਦੇਖੋ ਪੂਰਾ ਮਿਲ ਰਿਹਾ ਸਭ ਨੂੰ। ਗੌਰਵ ਜੀ ਪਲੀਜ਼, ਮੈਂ ਉਹੀ ਕਹਿ ਰਿਹਾ, ਪਲੀਜ਼ ਥੋੜੇ ਹੋਲਡ ਰੱਖੋ। ਰੂਪੀ ਥੋੜੇ ਹੋਲਡ, ਇੱਕ ਵਾਰੀ ਕੰਪਲੀਟ ਬੋਲਦੇ ਝੂਠੋ ਸੱਚ ਬੋਲਿਆ। ਤੁਸੀਂ ਮੈਂ ਤੁਹਾਨੂੰ ਜਵਾਬ ਦੇਣ ਦਾ ਮੌਕਾ ਦਵਾਂਗਾ। ਸੀ ਤਾਂ ਤੁਸੀਂ ਬੋਲਦੇ ਇੱਕ ਸੈਕਿੰਡ ਰੂਪੀ ਜੀ, ਰੁਕੋ ਸਰ 10 ਸੈਕਿੰਡ। ਮੈਂ ਇੱਕ ਬੇਨਤੀ ਕਰਦਿਆਂ, ਦੇਖੋ ਇੱਕ ਵਾਰੀ ਰੁਕੋ। ਦੋ ਗੱਲਾਂ ਨੇ ਜੀ। ਬਹਿਬਲ ਕਲਾਂ ਗੋਲੀ ਕਾਂਡ ਦਾ ਮੁੱਖ ਗਵਾਹ ਸੀ ਸੁਰਜੀਤ ਸਿੰਘ, ਜਿੰਨੇ ਗਵਾਹ ਸੀ ਉਹਨਾਂ ਚੋਂ ਮੁੱਖ ਸੀਗਾ। ਔਰ ਕਾਂਗਰਸ ਪਾਰਟੀ ਦੇ ਵੱਡੇ ਨੁਮਾਇੰਦਿਆਂ ਤੇ ਦੋਸ਼ ਲੱਗੇ ਕਿ ਇਹਨਾਂ ਨੇ ਪੁਲਿਸ ਦੇ ਬਾਰ-ਬਾਰ ਰੇਡਾਂ ਕਰਾਈਆਂ, ਤੰਗ ਕਰਾਈਆਂ, ਤੇ ਉਹ ਬੰਦਾ ਮਾਰਿਆ ਗਿਆ। ਉਹਨੂੰ ਸੁਰੱਖਿਆ ਦੇਣੀ ਤਾਂ ਦੂਰ ਦੀ ਗੱਲ, ਉਹ ਬੰਦਾ ਮਾਰਿਆ ਗਿਆ। ਅੱਜ ਵੀ ਪਰਿਵਾਰ ਵਿਲਕਦਾ। ਬਾਈ ਜੀ ਸੁਖਰਾਜ ਸਿੰਘ ਹੋਰੀ ਇਸ ਗੱਲ ਦੀ ਵੱਧ ਬਿਆਨਾਤ ਕਰਦੇ। ਤੁਸੀਂ ਕਹਿ ਰਹੇ ਹੋ ਕਾਂਗਰਸ ਦੇ ਸਮੇਂ, ਸੁਣ ਲਓ, ਮੈਂ ਕਾਂਗਰਸ ਦੇ ਸਮੇਂ ਦੀ ਜਿਹੜੇ ਮੁੱਖ ਗਵਾਹ ਮੈਂ ਉਹਨਾਂ ਦੀ ਗੱਲ ਕਰ ਰਿਹਾ, ਜਿੰਨੇ ਕੁ ਸੰਸੀਅਰ ਸੀਗੇ ਗੋਲੀ ਕਾਂਡ ਪਿੱਛੇ। ਦੂਜਾ ਗਵਾਹ ਜਿਹੜਾ ਮਲਕੇ ਦੇ ਵਿੱਚ ਇੱਕ ਅੱਜ, ਇੱਕ ਮਿੰਟ ਬਾਈ ਜੀ ਸੁਖਰਾਜ ਜੀ ਦੀ ਗੱਲ ਕਰਦੇ ਹੋ, 10 ਸੈਕਿੰਡ ਦੋ, ਇੱਕ ਵਾਰੀ ਤੁਹਾਡੇ ਕੋਲ ਆ ਗਿਆ। ਮੌਕੇ ਦੇ ਵਿੱਚ ਮਲਕੇ ਦੇ ਵਿੱਚ ਜਿਹੜਾ ਕੇਸ ਸਜ਼ਾ ਹੋਇਆ, ਭਾਵੇਂ ਕਿ ਸਾਡੀ ਸਾਰਿਆਂ ਦੀ ਉਹਦੇ 'ਚ ਇੱਛਾ ਨਹੀਂ ਪੂਰੀ ਹੋਈ ਕਿ ਸਜ਼ਾ ਜਿਹੜੀ ਆ ਵੱਡੀ ਹੋਣੀ ਚਾਹੀਦੀ ਸੀ, ਪਰ ਜਿਹੜੀ ਹੋਇਆ ਉਹਦੇ 'ਚ ਸੇਵਕ ਸਿੰਘ ਨਾਂ ਦਾ ਸਾਬਕਾ ਫੌਜੀ ਹੈ, ਤੇ ਤੁਸੀਂ ਵੀ ਕੈਮਰੇ ਲੈ ਕੇ ਹਾਈ ਕੋਰਟ ਦੇ ਜਿਹੜੀ ਪਾਰਕਿੰਗ ਆ ਉੱਥੇ ਬੰਦੇ ਭੇਜੇ ਸੀ। ਉਹ ਹਾਈ ਕੋਰਟ ਪਹੁੰਚਿਆ ਸੀ ਕਿ ਮੈਨੂੰ ਵੀ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ, ਮੈਨੂੰ ਹਾਈ ਕੋਰਟ ਦੇ ਵਿੱਚੋਂ ਜਿਹੜੀ ਆ ਸੁਰੱਖਿਆ ਮਿਲਣੀ ਚਾਹੀਦੀ ਹੈ। ਉਹਨੂੰ ਹਾਈ ਕੋਰਟ ਨੇ ਸਜ਼ਾ ਸੁਰੱਖਿਆ ਦਿੱਤੀ ਕਿ ਨਹੀਂ ਦਿੱਤੀ, ਇਹ ਸਾਰਾ ਕੁਝ ਉਹਨਾਂ ਦੇ ਪਿੱਛੇ। ਇੱਕ ਗੱਲ। ਦੂਜੀ ਗੱਲ, ਜਿਹੜੀ ਇਹ ਬਾਰ-ਬਾਰ ਕਰਦੇ ਆ ਵੀ ਕਿਹਦੀ ਇਜਾਜ਼ਤ ਨਾਲ ਗੋਲੀ ਚੱਲੀ, ਕਿਹਦੀ ਨਾਲ ਨਹੀਂ ਚੱਲੀ। ਡੀਸੀ ਨੇ ਤੇ ਐਸਡੀਐਮ ਨੇ ਕਹਿਤਾ ਕਿ ਅਸੀਂ ਲਿਖਤੀ ਹੁਕਮ ਦਿੱਤੇ ਆ, ਜਾਂ ਤਾਂ ਇਹ ਕਾਨੂੰਨ ਨੂੰ ਮੰਨਣਾ ਹਟ ਜਾਣ, ਤੇ ਜਾਂ ਦੂਜੀ ਗੱਲ, ਜਸਟਿਸ ਰਣਜੀਤ ਸਿੰਘ ਜਿਹੜਾ ਇਹਨਾਂ ਨੇ ਬਹੁਤ ਬਰੀਕੀ ਦੇ ਨਾਲ ਜਾਂਚ ਕੀਤੀ, ਉਹਨੇ 50 ਨੰਬਰ ਪੇਜ ਤੇ ਕੀ ਲਿਖਿਆ ਗੌਰਵ ਜੀ? ਉਹ ਰਿਪੋਰਟ ਤੇ ਲਿਖਦੇ ਆ, ਮੁੱਖ ਮੰਤਰੀ ਨੇ ਕਿਹਾ ਕਿ ਸ਼ਾਂਤਮਈ ਧਰਨਾ ਰਹਿਣ ਦਿਓ। ਇਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ 50 ਨੰਬਰ ਪੰਨੇ 'ਚ ਹੈ। ਔਰ ਦੂਜੀ ਗੱਲ, ਮਾਨਯੋਗ ਹਾਈ ਕੋਰਟ ਤੇ ਕੋਈ ਭਰੋਸਾ ਕਰਦੇ ਹੋ ਕਿ ਨਹੀਂ ਕਰਦੇ? ਉਹਨਾਂ ਨੇ ਲਿਖਿਆ, ਮਾਨਯੋਗ ਹਾਈ ਕੋਰਟ ਨੇ, ਕਿ ਜਿਸ ਵੇਲੇ ਅਮਨ ਕਾਨੂੰਨ ਦੀ ਵਿਵਸਥਾ ਭੰਗ ਹੁੰਦੀ ਹੈ ਉਸ ਵੇਲੇ ਮੁੱਖ ਮੰਤਰੀ ਵੱਲੋਂ ਡੀਜੀਪੀ ਨਾਲ ਗੱਲ ਕਰਨਾ ਸ਼ਲਾਘਾਯੋਗ ਹੈ, ਪਰ ਇਸ ਦੇ ਰਿਸਪਾਂਡੈਂਟ ਨੰਬਰ 3 ਨੇ, ਮਤਲਬ ਕੁੰਵਰ ਵਿਜੇ ਪ੍ਰਤਾਪ ਨੂੰ ਕਿਹਾ
ਕਿ ਉਹਨੂੰ ਕਿਆਸ ਰਾਈਆਂ ਬਣਾਤੀਆਂ ਕਿ ਹੁਕਮ ਲਿਆ। ਤੇ ਜੇ ਅਜਿਹਾ ਡੀਜੀਪੀ ਨਾਲ ਗੱਲ ਕਰਨਾ ਮੁੱਖ ਮੰਤਰੀ ਦਾ ਜਾਂ ਹੋਮ ਮਿਨਿਸਟਰ ਦਾ ਵੀ ਉਹਨੂੰ ਦੋਸ਼ੀ ਬਣਾਉਣਾ, ਤਾਂ ਫਿਰ ਦੇਸ਼ ਦੇ ਵਿੱਚ ਨਾ ਕੋਈ ਹੋਮ ਮਿਨਿਸਟਰ ਬਚੂਗਾ ਤੇ ਨਾ ਕੋਈ ਮੁੱਖ ਮੰਤਰੀ। ਪਰ ਫਿਰ ਵੀ ਜੇ ਕੋਈ ਤੁਹਾਡੇ ਕੋਲੇ ਸਬੂਤ ਹੈਗੇ ਆ ਤਾਂ ਕਿਰਪਾ ਕਰਕੇ ਅਦਾਲਤ ਤੱਕ ਲੈ ਕੇ ਜਾਓ, ਕਹਾਣੀਆਂ ਪਾਉਣੀਆਂ ਬੰਦ ਕਰੋ। ਠੀਕ ਹੈ ਰੂਬੀ ਜੀ, ਮੈਂ ਸੁਖਰਾਜ ਜੀ ਤੁਹਾਡੇ ਕੋਲ ਆ ਰਿਹਾ। ਦੇਖੋ ਕਿੱਡੀ ਮਜ਼ਾਕੀਆ ਗੱਲ ਕਰ ਰਿਹਾ ਕਿ ਪੰਜਾਬ ਦੇ ਗ੍ਰਹਿ ਮੰਤਰੀ ਦੇ ਕੰਟਰੋਲ 'ਚ ਨਹੀਂ ਸੀਗਾ ਡੀਸੀ ਐਸਐਸਪੀ। ਐਡਾ ਸੀਰੀਅਸ ਇਸ਼ੂ ਸੀ, ਸਾਰੇ ਪੰਜਾਬ 'ਚ ਅੱਗ ਬਲਦੀ ਪਈ ਸੀ, ਸਾਰੇ ਦੇਸ਼ 'ਚ ਅੱਗ ਬਲਦੀ ਪਈ ਸੀ, ਗੁਰੂ ਸਾਹਿਬ ਦੀ ਬੇਅਦਬੀ ਹੋਈ ਕਿ ਉਹਨਾਂ ਨੇ ਐਵੇਂ ਆਪਦੇ ਲੈਵਲ ਤੇ ਗੋਲੀ ਚਲਾਤੀ ਕਿ ਉਹਨਾਂ ਦੀ ਗ੍ਰਹਿ ਮੰਤਰੀ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ, ਕਿ ਉਹਨਾਂ ਨੇ ਸਰਕਾਰ ਦੇ ਧਿਆਨ 'ਚ ਮਸਲਾ ਨਹੀਂ ਲਿਆਂਦਾ। ਇਹ ਦੇਖੋ ਗੌਰਵ ਜੀ, ਕੋਈ ਲੌਜਿਕ ਬਣਦਾ ਨਹੀਂ। ਬਿਲਕੁਲ ਉਸ ਸਮੇਂ ਜੇ ਅਫਸਰਾਂ ਦੇ ਕਾਰਵਾਈ ਹੋਈ, ਮੈਂ ਮੰਨਦਾ ਸਾਡੀ ਸਰਕਾਰ ਦੀ ਨਲਾਇਕੀ ਹੈ, ਉਹ ਪੋਲੀਟੀਕਲ ਲੋਕਾਂ ਤੇ ਵੀ ਹੋਣੀ ਚਾਹੀਦੀ ਸੀ, ਜਿਹੜੇ ਸਰਕਾਰ ਦੇ ਨੁਮਾਇੰਦੇ ਸੀਗੇ, ਜਿਨ੍ਹਾਂ ਦੀਆਂ ਇੰਸਟਰਕਸ਼ਨਾਂ ਲਈਆਂ ਜਾਂਦੀਆਂ। ਫਿਰ ਸਰਕਾਰਾਂ ਕਿਉਂ ਬਣਦੀਆਂ, ਫਿਰ ਇਲੈਕਸ਼ਨ ਕਿਉਂ ਹੁੰਦੇ ਆ, ਫਿਰ ਅਫਸਰਾਂ ਦੀ ਮਰਜ਼ੀ। ਫਿਰ ਇਹ ਤਾਂ ਇਹ ਥੋੜੀ ਕੱਲ ਨੂੰ ਕੋਈ ਐਸਐਚਓ ਕਿਸੇ ਤੇ ਵੀ ਗੋਲੀ ਚਲਾ ਦੂਗਾ ਤੇ ਉਹ ਕਹੂਗਾ ਵੀ ਮੈਂ ਤਾਂ ਆਪਦੇ ਲੈਵਲ ਤੇ ਚਲਾਤੀ। ਇਹ ਕੋਈ ਗੱਲ ਬਣੀ ਨਹੀਂ। ਠੀਕ ਹੈ, ਛੋਟਾ ਜਿਹਾ ਜਵਾਬ ਦਿਓ ਪਲੀਜ਼, ਛੋਟਾ ਜਿਹਾ। 1 ਸੈਕਿੰਡ ਦਾ ਹੀ ਦੇ ਦਿਆਂ। ਦੇਖੋ ਡਿਬੇਟ ਕਰੀ ਜਾਂਦੇ, ਕਾਂਗਰਸ ਵੱਲੋਂ ਆਏ ਆ, ਪਾਰਟੀ ਦਾ ਦਫ਼ਤਰ ਸਾਰਾ ਕੁਝ ਦੱਸ ਕੇ ਭੇਜਦਾ। ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਹੋਮ ਮਿਨਿਸਟਰ ਸਾਹਿਬ ਅਵੇਲੇਬਲ ਸੀ ਕਿ ਨਹੀਂ ਅਵੇਲੇਬਲ ਸੀ, ਇੰਨਾ ਹੀ ਨਹੀਂ ਪਤਾ। ਤੇ ਜਿਹੜੇ ਨੂੰ ਇੰਨਾ ਨਹੀਂ ਪਤਾ ਤੇ ਇਹ ਗਾਂ ਜਾਂਚਾਂ ਤਾਂ ਅਵੇਲੇਬਲ ਸੀ, ਚੰਜੀ ਜੀ ਸੀਐਮ ਤਾਂ ਹੈਗਾ ਸੀਗਾ, ਸੀਐਮ ਤਾਂ ਹੈਗਾ ਸੀ, ਸੀਐਮ ਦੇ ਅੰਡਰ 'ਚ ਨਹੀਂ ਹੁੰਦਾ। ਸਿੰਘ ਜੀ ਨੇ ਸੀਐਮ ਦਾ ਅਥਾਰਟੀ ਹੈ, ਗ੍ਰਹਿ ਭਾਗ ਵੀ ਸੀਐਮ ਦੇ ਅੰਡਰ ਹੀ ਆ ਗਿਆ। ਦੀ ਦੱਸਤੀ ਨਾ ਮਾਨਯੋਗ ਹਾਈ ਕੋਰਟ ਨੇ ਕਿਸੇ ਦੀ ਰਿਪੋਰਟ ਨਾਲ ਕੀ ਹੋ ਜੂ? ਜਸਟਿਸ ਇਹਦਾ ਮਤਲਬ ਹਾਈ ਕੋਰਟ ਨੂੰ ਕੁਝ ਨਹੀਂ ਮੰਨਦੇ। ਮੈਂ ਕਹਿੰਦਾ ਸਰਕਾਰ 'ਚ ਤਾਂ ਸੀਐਮ ਸੀ ਤੇ ਤੁਹਾਡੇ ਜਸਟਿਸ ਰਣਜੀਤ ਸਿੰਘ ਨੂੰ ਵੀ ਤੁਸੀਂ ਕੁਝ ਨਹੀਂ ਮੰਨਦੇ। ਮੈਂ ਕਹਿੰਦਾ ਫਿਰ ਤੁਹਾਡੇ ਸਮਾਂ ਪੂਰਾ ਦੇਖੋ ਜਿੰਨੇ ਮਰਜ਼ੀ ਚਲੋ ਇੱਕ ਰਿਐਕਸ਼ਨ ਲੈਣ ਦਿਓ ਮੈਨੂੰ। ਸੁਖਰਾਜ ਜੀ, ਮੈਂ ਮਾਝੀ ਤੁਹਾਡੇ ਕੋਲ ਆ ਰਿਹਾ, ਇੱਕ ਵਾਰੀ 30 ਸੈਕਿੰਡ ਦਾ ਰਿਐਕਸ਼ਨ ਲੈ ਲੈਣ ਦਿਓ ਮੈਨੂੰ। ਸੁਖਰਾਜ ਜੀ, ਤੁਸੀਂ ਦੋਨੇ ਕਾਂਗਰਸ ਵਾਲੇ ਤੇ ਅਕਾਲੀ ਦਲ ਵਾਲੇ ਦੋਨੇ ਮੰਨਦੇ ਹੋ ਨਾ ਤੁਹਾਡੀ ਦੋਨਾਂ ਦੀ ਨਲਾਇਕੀ ਆ, ਫਿਰ ਯਾਰ ਕਿਹੜੀ ਗੱਲ ਤੋਂ ਜਿੱਦੀ ਜਾਂਦੇ ਹੋ? ਜੇ ਤੁਹਾਡੇ ਦੋਨਾਂ ਤੋਂ ਕੁਝ ਨਹੀਂ ਹੋਇਆ ਫਿਰ ਤੁਸੀਂ ਤੀਜੇ ਨੂੰ ਹੌਸਲਾ ਦਿਓ ਯਾਰ, ਕਰਕੇ ਦਿਓ, ਜਿਹੜੇ ਦੋਸ਼ੀ ਉਹਨਾਂ ਨੂੰ ਜੇਲ੍ਹ 'ਚ ਬੰਦ ਕਰੋ। ਦੂਜੀ ਗੱਲ, ਬਰਾੜ ਸਾਹਿਬ, ਮੈਂ ਤੁਹਾਡੀ ਜਾਣਕਾਰੀ ਲਈ ਵਾਅਦਾ ਕਰਦੇ ਹਾਂ ਕਿਉਂਕਿ ਮੈਨੂੰ ਨਾ ਤਾਂ ਮੈਂ 1-2 ਬੰਦੇ ਤੱਕ ਤੁਹਾਡੇ ਤੇ ਗੱਲ ਪਹੁੰਚਾਈ ਆ। ਤੁਸੀਂ ਜੇ ਡੇਰਾ ਸਰਸਾ ਨੂੰ ਵਾਕਈ ਦੋਸ਼ੀ ਮੰਨਦੇ ਹੋ ਤਾਂ ਆਪਦੇ ਪਿੰਡਾਂ ਵਾਲੇ ਕੇਡਰ ਤੇ ਸਟਾਪ ਬ੍ਰੇਕ ਲਾਓ। ਤੇ ਮੈਂ ਕਾਂਗਰਸ ਆਪ ਨੂੰ ਵੀ ਇਹ ਬੇਨਤੀ ਕਰਦਾ ਕਿ ਜਿਹੜਾ ਬੰਦਾ ਬੇਅਦਬੀ ਦੇ ਵਿੱਚ ਦੋਸ਼ੀ ਆ ਉਹਦੀ ਚਰਚਾ ਪੰਜਾਬ 'ਚ ਬੰਦ ਹੋਣੀ ਚਾਹੀਦੀ ਆ। ਦੂਸਰੇ ਪਾਸੇ ਉਹਦੀ ਚਰਚਾ ਨੂੰ ਬੜਾਵਾ ਦੇਣ ਦੇ ਲਈ ਪਿੰਡਾਂ ਦੇ ਵਿੱਚ ਅਕਾਲੀ ਦਲ ਜਿਹੜਾ ਬਾਈ ਜੀ ਕੰਮ ਕਰ ਰਿਹਾ, ਇਹ ਮੈਂ ਸਬੂਤ ਦੇ ਸਕਦਾ ਤੁਹਾਨੂੰ ਬਾਈ ਨੇਮ ਵਿਦ ਪ੍ਰੂਫ। ਤੁਸੀਂ ਮੈਥੋਂ ਜਦੋਂ ਮਰਜ਼ੀ ਲੈ ਲਿਓ। ਥੋੜੇ ਦਿਨ ਪਹਿਲਾਂ ਵੀ ਚਰਚਾ ਨਾਮ ਘਰ ਜਿਹੜਾ ਉਹਨਾਂ ਦਾ ਬਣਾਇਆ ਉਹ 'ਚ ਜਾਣਾ ਸੀ ਜਾਂ ਉਹਨੇ ਆਪਦੇ ਘਰੇ ਕਰਾਉਣਾ ਸੀ। ਚਲੋ ਠੀਕ ਹੈ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਮੈਂ ਪਾਰਟੀ ਦਾ ਨਾਮ ਲੈ ਕੇ ਜਾਂਦਾ ਗਲਤ ਹੈ, ਮੈਂ ਤੁਹਾਨੂੰ ਹੁਣੇ ਜਵਾਬ ਦੇ ਦੇਣਾ। ਜੇ ਕੋਈ ਪਾਰਟੀ ਦਾ ਨਾਮ ਲੈ ਕੇ ਜਾਂਦਾ ਗਲਤ ਹੈ, ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਕੋਈ ਇਹੋ ਜਿਹਾ ਬੰਦਾ ਇਹੋ ਜਿਹੇ ਕੰਮ 'ਚ। ਠੀਕ ਹੈ ਰੂਬੀ ਜੀ, ਗੌਰਵ ਜੀ, ਇਹਨਾਂ ਨੇ ਕਿਹਾ ਕਿ ਪਾਰਟੀ ਦਫ਼ਤਰ ਤੋਂ ਜਾਣਕਾਰੀ ਲੈ ਕੇ ਆਇਆ ਕਰੋ। ਬਰਾੜ ਸਾਹਿਬ ਥੋੜਾ ਸੁਣ ਲਓ ਕਿ ਜੇ ਪੰਜਾਬ 'ਚ ਅੱਗ ਬਲਦੀ ਪਈ ਸੀ ਤੇ ਸੁਖਬੀਰ ਜੀ ਪੰਜਾਬ ਤੋਂ ਬਾਹਰ ਸੀ। ਚਲੋ ਇੱਕ ਮਾਝੀ ਤੁਹਾਨੂੰ ਕੀ ਪਤਾ? ਇੱਕ ਸੈਕਿੰਡ ਮਾਝੀ ਸਰ, ਜਿਹੜਾ ਗੋਲੀकांड ਹੋਇਆ ਜੀ, ਮੈਂ ਇੰਨੀ ਗੱਲ ਕਹਿਣੀ ਹੈ, ਉਹ ਬੇਅਦਬੀ ਉਹਦਾ ਕਾਰਨ ਸੀਗਾ 2015 ਦੇ ਵਿੱਚ ਵਾਪਰੀ। ਜਿਹੜੀ 2015 ਚ ਬੇਅਦਬੀ ਹੋਈ ਆ ਉਹਦੀਆਂ ਜੜ੍ਹਾਂ 2007 ਵਾਲੇ ਕੇਸ ਨੇ। 7 ਸਾਲ ਬਾਦਲਾਂ ਦੀ ਹਕੂਮਤ ਸੀਗੀ, ਪ੍ਰਕਾਸ਼ ਸਿੰਘ ਬਾਦਲ ਦੀ, ਜਿਨ੍ਹਾਂ ਨੇ ਚਲਾਨ ਪੇਸ਼ ਨਹੀਂ ਕੀਤਾ। ਫਿਰ ਐਫਆਈਆਰ ਵੀ ਰੱਦ ਕੀਤੀ ਗੌਰਵ ਜੀ, ਜਿਹੜੀ ਰਾਮ ਹੀਮ ਐਫਆਈਆਰ ਕੀਤੀ ਗਈ ਸੀ, ਪਛਾੜ ਕੇ ਐਫਆਈਆਰ ਵੀ ਰੱਦ ਕੀਤੀ ਗਈ ਹੈ ਇਹਨਾਂ ਦੀ ਸਰਕਾਰ ਵੱਲੋਂ। ਆ ਜਾ ਕੇ ਉਹਨੇ 15 ਚ ਬੇਅਦਬੀ ਕਰਵਾਈ ਹੈ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ, ਜਿੱਥੇ ਮਰਜ਼ੀ ਇਹ ਬੈਠ ਕੇ ਵੱਖਰਾ ਕੋਈ ਪਲੇਟਫਾਰਮ ਰੱਖ ਲੈਣ, ਕਿਉਂਕਿ ਇੱਥੇ ਤਾਂ ਇਹ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਾਂਗੂ ਇੱਕ ਦੂਜੇ ਨਾਲ ਲੜਨ ਲੱਗ ਜਾਂਦੇ ਆ। ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਗੱਲ ਸਾਨੂੰ ਕਰਨੀ ਚਾਹੀਦੀ ਹੈ। ਇੱਕ ਦੂਜੇ ਦੇ ਟਾਈਮ ਪਾਸ ਕੀਤਾ ਜਾਂਦਾ ਇੱਥੇ। ਜੀ ਸੁਖਰਾਜ ਜੀ, 10 ਸੈਕਿੰਡ ਦਾ ਲਾਸਟ ਰਿਐਕਸ਼ਨ। 31 ਤਰੀਕ ਨੂੰ ਕੀ ਰੂਪਰੇਖਾ ਉਲੀਕਣ ਜਾ ਰਹੇ ਹੋ? ਪੰਜਾਬ ਦੇ ਲੋਕਾਂ ਨੂੰ, ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਵੱਡੇ ਪੱਧਰ ਤੇ ਉਹਨਾਂ ਦੇ ਸੁਝਾਵਾਂ ਦੇ ਤਹਿਤ ਜਿਹੜਾ ਅਗਲਾ ਸੰਘਰਸ਼ ਵਿੱਢਿਆ ਜਾਊਗਾ। ਠੀਕ ਹੈ। ਸਰਕਾਰ ਇਸ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ, ਉਹ ਆਪਾਂ ਨੂੰ ਪਤਾ ਹੈ। ਉਹਦੇ ਲਈ ਸੰਘਰਸ਼ ਦੀ ਰੂਪਰੇਖਾ ਜਿਹੜੀ ਉਹ 31 ਤਰੀਕ ਦੀ ਅਸੀਂ ਰੱਖੀ ਹੋਈ ਹੈ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਇਹ ਆਪਸ ਦੇ ਵਿੱਚ ਮਸਲੇ ਜੁੜੇ ਹੋਏ ਤਾਂ ਲਾਜ਼ਮੀ ਤੌਰ ਦੇ ਉੱਤੇ ਨੇ, ਪਰ ਗੋਲੀकांड ਦਾ ਇੰਤਜ਼ਾਰ, ਗੋਲੀकांड ਦੇ ਵੀ ਕਾਂਡ ਦੇ ਇਨਸਾਫ ਦਾ ਇੰਤਜ਼ਾਰ ਸੰਗਤ ਕਰ ਰਹੀ ਹੈ। ਔਰ ਇਸ ਇੰਤਜ਼ਾਰ ਦੇ ਵਿਚਾਲੇ ਇਹ ਵੀ ਸਵਾਲ ਪੁੱਛੇ ਜਾ ਰਹੇ ਨੇ ਕਿ ਆਖਿਰ 5 ਸਾਲ ਕੀ ਹੋਇਆ, ਆਖਿਰ 13-14 ਮਹੀਨੇ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਉਸ ਸਮੇਂ ਕੀ ਹੋਇਆ। ਤੇ ਹੁਣ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ, ਸਰਕਾਰ 'ਚ ਹੈ ਤਾਂ ਸਰਕਾਰ ਨੂੰ ਜਵਾਬ ਦੇਣੇ ਹੋਣਗੇ, ਪਾਰਟੀ ਨੂੰ ਵੀ ਜਵਾਬ ਦੇਣੇ ਹੋਣਗੇ। ਪਰ ਦੇਖਣਾ ਹੋਏਗਾ ਕਿ 31 ਤਰੀਕ ਨੂੰ ਕੀ ਕੁਝ ਰੂਪਰੇਖਾ ਰਹਿੰਦੀ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਅੱਗੇ ਦੇ ਐਕਸ਼ਨ ਪਲਾਨ ਦੀ, ਤੇ ਇਸ ਵਿਚਾਲੇ ਪ੍ਰਸ਼ਾਸਨ, ਸਰਕਾਰ ਦੇ ਵਕੀਲਾਂ ਦੀ ਟੀਮ
ਜਿਹੜੀ ਜਾਂਚ ਕਰ ਰਹੀ ਐਸਆਈਟੀਆਂ ਨੇ ਉਹ ਕੀ ਕੁਝ ਕਰਦੀਆਂ ਨੇ, ਕਦੋਂ ਤੱਕ ਇਹ ਪੂਰੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ, ਸਭ ਦੀ ਨਜ਼ਰ ਰਹੇਗੀ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇਹ ਨਹੀਂ।